ਕੀਤੀਆਂ ਵਾ ਉਹਨਾਂ ਦਾ ਨਿਉ ਕੀਤਾ ਜਾਏਗਾ। ਉਹਨਾਂ ਗੱਲਾਂ ਦਾ ਨਿਉ ਕੀਤਾ ਜਾਵੇਗਾ ਜਿਹੜੇ ਕੰਮ ਉਹਨਾਂ ਨੇ ਸਰੀਰ 'ਚ ਕੀਤੇ ਆ। ਇਸ ਕਰਕੇ ਮੇਰੇ ਜੀ ਸਾਥੀਓ, ਸਭ ਤੋਂ ਪਹਿਲਾਂ ਤੁਹਾਡਾ ਚਾਲ ਚੱਲਣ, ਜਿਸ ਤਰ੍ਹਾਂ ਤੁਸੀਂ ਸੱਦੇ ਜੇ, ਖੁਦਾ ਨੇ ਤੁਹਾਨੂੰ ਪਵਿੱਤਰਤਾਈ ਵਿੱਚ ਬੁਲਾਇਆ ਵਾ। ਤੁਹਾਨੂੰ ਮਾੜੇ ਕੰਮ ਕਰਨ ਲਈ ਨਹੀਂ ਬੁਲਾਇਆ, ਤੁਹਾਨੂੰ ਮਜ਼ਾਕ ਕਰਨ ਲਈ ਬੁਲਾਇਆ। ਤੁਸੀਂ ਸੀਰੀਅਸ ਹੋ ਆਪਣੀ ਜ਼ਿੰਦਗੀਆਂ ਵਾਸਤੇ, ਕਿਉਂਕਿ ਵੇਖੋ ਹਰ ਗੱਲ ਬਾਈਬਲ ਦੇ, ਜਦੋਂ ਤੁਸੀਂ ਬਾਈਬਲ ਪੜ੍ਹਦੇ ਜਾਓਗੇ ਤੁਹਾਡਾ ਆਟੋਮੈਟਿਕ ਸੁਭਾਅ ਬਦਲਦਾ ਜਾਏਗਾ, ਕਿਉਂਕਿ ਪਵਿੱਤਰ ਬਾਈਬਲ ਹੀ ਤੁਹਾਡੇ ਸੁਭਾਅ ਨੂੰ ਬਦਲ ਸਕਦੀ ਆ ਕਿ ਬਾਈਬਲ 'ਚ ਕੀ ਲਿਖਿਆ ਔਰ ਇਹ ਕੀ ਕਰਨੇ। ਪਲੂਸ ਕਹਿੰਦਾ ਜਿਨ੍ਹਾਂ ਮਸੀਹ ਮੇ ਮਰਨਾ ਲਾਭ ਹੈ। ਇਸ ਕਰਕੇ ਮੇਰੇ ਜੀ ਸਾਥੀਓ, ਮੈਂ ਤੁਹਾਨੂੰ ਬਾਰ-ਬਾਰ ਇਹੀ ਦੱਸਣਾ ਚਾਹੁੰਦਾ ਕਿ ਪਵਿੱਤਰ ਬਾਈਬਲ ਪੜ੍ਹੋ, ਬੇਹੱਦ ਪੜ੍ਹੋ, ਰਾਤ ਦਿਨ ਪੜ੍ਹ ਕੇ ਸ਼ੈਤਾਨ ਦੀਆਂ ਧੱਜੀਆਂ ਉਡਾ ਦਿਓ, ਕਿਉਂਕਿ ਸ਼ੈਤਾਨ ਨੂੰ ਹਰਾਉਣ ਦਾ ਬਿਬਲੀਕਲ ਇੱਕ ਹੀ ਤਰੀਕਾ ਪਵਿੱਤਰ ਬਾਈਬਲ। ਇਹ 'ਚ ਪਲਾਨ, ਹਰ ਪਲੈਨਿੰਗ ਜਿਹੜੀ ਆ ਬਾਈਬਲ ਦੇ ਦੁਆਰਾ ਹੁੰਦੀ ਹੈ ਕਿ ਮੁੱਖ ਵਾਕ ਨੇ ਪਰਮੇਸ਼ਵਰ ਪ੍ਰਭੂ ਦੇ ਨਬੀਆਂ ਦੇ ਦੁਆਰਾ ਜੋ ਭਵਿੱਖਬਾਣੀਆਂ ਕੀਤੀਆਂ ਗਈਆਂ, ਜਿਸ ਤਰ੍ਹਾਂ ਪਵਿੱਤਰ ਆਤਮਾ ਉਹਨਾਂ ਨੂੰ ਦੱਸਦਾ ਸੀ, ਉਸੇ ਤਰ੍ਹਾਂ ਲਿਖੀ ਜਾਂਦੇ ਸੀ ਵਚਨ। ਹੁਣ ਮੈਂ ਅਗਲੀ ਸਾਈਡ ਜਿਹੜੀ ਪੜ੍ਹਨ ਵਾਸਤੇ ਜਾ ਰਿਹਾ ਸੀ, ਮੈਂ 2 ਆਇਤ ਪੜ੍ਹਨ ਲਈ ਤਿਆਰ ਹਾਂ, ਤੁਸੀਂ ਮੇਰੇ ਨਾਲ ਖੋਲੋ। ਔਰ ਦੂਸਰੀ ਆਇਤ ਕਹਿ ਲਿਖਿਆ, ਕੀ ਲਿਖਿਆ ਪਰਮੇਸ਼ਵਰ ਦਾ ਦਾਸ ਕੀ ਲਿਖ ਰਿਹਾ, ਅਰਥਾਤ ਪੂਰਨ ਅਧੀਨਗੀ, ਨਰਮਾਈ ਅਤੇ ਧੀਰਜ ਸਹਿਤ ਪ੍ਰੇਮ ਨਾਲ ਇੱਕ ਦੂਜੇ ਦੀ ਸਹਿ ਲਓ। ਆਮੀਨ। ਇਹ 'ਚ ਕਿੰਨੀਆਂ ਗੱਲਾਂ ਆਈਆਂ। ਪਹਿਲੇ ਨੰਬਰ ਤੇ ਪੂਰਨ ਅਧੀਨਗੀ। ਪੂਰਨ ਅਧੀਨਗੀ ਵਿੱਚ ਆਪਣੇ ਆਪ ਨੂੰ ਨੀਵਾਂ ਕਰਨਾ। ਨਰਮਾਈ, ਤੁਸੀਂ ਬਹੁਤ ਨੰਬਰ ਹੋਣੇ ਚਾਹੀਦੇ ਨੇ। ਸੀਲ ਸੁਭਾਅ, ਕਦੀ ਸੀਲ ਦਾ ਵਰਡ ਵੇਖਿਆ? ਕਈਆਂ ਦੇ ਘਰਾਂ ਵਿੱਚ ਮੱਝਾਂ ਹੁੰਦੀਆਂ ਜਾਂ ਮੰਨ ਲਓ ਬੱਕਰੀਆਂ ਰੱਖੀਆਂ ਹੁੰਦੀਆਂ, ਭੇਡਾਂ ਰੱਖੀਆਂ ਹੁੰਦੀਆਂ। ਉਹ ਬੱਕਰੀਆਂ ਮੰਨ ਲਓ ਘਰਾਂ 'ਚ ਹੁੰਦੀਆਂ ਤੇ ਛੋਟੇ ਛੋਟੇ ਬੱਚੇ ਕੀ ਕਰਦੇ ਆ, ਉਹਦੇ ਜਾ ਕੇ ਥਾਣਾ ਨੂੰ ਜਾ ਕੇ ਆਇਆ ਛਿੜੀ ਜਾਂਦੇ ਨੇ। ਕਿਉਂ? ਉਹ ਹਿੱਲਦੀ ਨਹੀਂ ਗਾੜੀ ਕਿ ਸੀਲ ਆ, ਨੰਬਰ ਆ। ਇਸੇ ਤਰ੍ਹਾਂ ਮੇਰੇ ਜੀ ਸਾਥੀਓ, ਅਸੀਂ ਆਪਣੇ ਆਪ ਨੂੰ ਨੰਬਰ ਬਣਾਉਣਾ। ਜੇ ਅਸੀਂ ਪਰਮੇਸ਼ਵਰ ਦੇ ਬੱਚੇ ਆ, ਸਾਡੇ ਜੀਵਨ ਦੇ ਵਿੱਚ ਜੇ ਬਦਲਾਅ ਆਇਆ, ਫਿਰ ਅਸੀਂ ਆਪਣੇ ਆਪ ਨੂੰ ਨੰਬਰ ਕਰਨਾ ਮੇਰੇ ਜੀ ਸਾਥੀਓ। ਇਹ ਨਹੀਂ ਕਿ ਅਸੀਂ ਮਸੀਹ ਵਿੱਚ ਵੀ ਆ ਗਏ ਆ, ਡਿਊਟੀ ਵੀ ਕਰਨੇ, ਗਾਲਾਂ ਵੀ ਕੱਢੀ ਜਾਂਦੇ ਆ, ਰਾਤ ਨੂੰ ਕੁੱਟਦੇ ਵੀ ਆ ਜਨਾਨੀ ਨੂੰ, ਬੱਚਿਆਂ ਨੂੰ ਵੀ ਏਡੇ ਵੱਡੇ ਪੈਰ ਬੋਲਦੇ ਆ। ਮੇਰੇ ਜੀ ਸਾਥੀਓ, ਬੱਚਿਆਂ ਨੂੰ ਮਾਰੋ, ਬਾਈਬਲ ਦੇ ਵਿੱਚ ਲਿਖਿਆ ਛੜੀ ਮਾਰ, ਤੇਰੀ ਆਪਣੀ ਜਾਨ ਪਤਾਲੋਂ ਬਚੇਗੀ, ਕਿਉਂਕਿ ਤੁਹਾਡਾ ਸੁਭਾਅ ਪ੍ਰਭੂ ਨੇ ਛੜੀ ਮਾਰ ਲਈ ਬੋਲਿਆ, ਪ੍ਰਭੂ ਨੇ ਗਾਲਾਂ ਕੱਢਣ ਲਈ ਨਹੀਂ ਬੋਲਿਆ। ਹੁਣ ਇਹ ਜਗ੍ਹਾ ਤੇ ਜੋ ਆਪਾਂ ਸਿੱਖਿਆ, ਕੀ ਲਿਖਿਆ? ਪਹਿਲੇ ਨੰਬਰ ਤੇ ਪੂਰਨ ਅਧੀਨਗੀ, ਨਰਮਾਈ, ਧੀਰਜ ਸਹਿਤ ਪ੍ਰੇਮ ਨਾਲ ਇੱਕ ਦੂਜੇ ਦੀ ਕੀ ਕਰੋ, ਸਹਿ ਲਓ। ਅੱਜ ਕਿੰਨੇ ਲੋਕ ਸਹਿੰਦੇ ਨੇ? ਸਹਿਣਾ ਮੇਰੇ ਜੀ ਸਾਥੀਓ, ਇਹ 'ਚ ਗੱਲਾਂ, ਪਹਿਲੇ ਨੰਬਰ ਤੇ ਪੂਰਨ ਅਧੀਨਗੀ, 1 ਨੰਬਰ ਨਰਮਾਈ, 2 ਪ੍ਰੇਮ, 3 ਧੀਰਜ। ਇਹ 'ਚ ਦੱਸਿਆ ਕਿ 4 ਗੱਲਾਂ ਤੁਹਾਡੇ ਜੀਵਨ 'ਚ ਹੋਣੀਆਂ ਚਾਹੀਦੀਆਂ ਕਿ ਤੁਸੀਂ ਇੱਕ ਦੂਜੇ ਦੀ ਕੀ ਕਰੋ, ਸਹਿ ਲਓ। ਗਾੜੀ ਅਗਲੀ ਆਇਤ ਵਿੱਚ ਕੀ ਲਿਖਿਆ? ਅਤੇ ਮਿਲਾਪ ਦੇ ਬੰਧ ਵਿੱਚ ਆਤਮਾ ਦੀ ਏਕਤਾ ਦੀ ਪਾਲਣਾ ਕਰਨ ਦਾ ਯਤਨ ਕਰੋ। ਮੰਨ ਲਓ ਏਕਤਾ ਦੇ ਵਿੱਚ ਰਹਿ ਕੇ, ਏਕਤਾ ਦੇ ਵਿੱਚ ਸਾਨੂੰ ਇੱਕ ਹੋਣ ਦੀ ਲੋੜ ਹੈ ਮੇਰੇ ਜੀ ਸਾਥੀਓ। ਜਦ ਤੱਕ ਤੁਸੀਂ ਇੱਕ ਨਹੀਂ ਹੋ, ਤੁਸੀਂ ਸ਼ੈਤਾਨ ਨੂੰ ਹਰਾ ਨਹੀਂ ਸਕਦੇ। ਹੁਣ ਘਰ ਦੇ ਵਿੱਚ ਅੱਜ ਲੜਾਈਆਂ ਝਗੜੇ ਕਿਉਂ ਆ? ਕਿਉਂਕਿ ਕਿਸੇ ਦਾ ਮੂੰਹ ਐ ਨੂੰ ਤੇ ਕਿਸੇ ਦਾ ਐ ਨੂੰ ਤੇ ਕਿਸੇ ਦਾ ਉਹ ਨੂੰ, 4 ਬੰਨੇ ਮੂੰਹ ਆ। ਦੁਸ਼ਟ ਹੱਸ ਰਿਹਾ ਆਂਦਾ ਮੇਰਾ ਕਰਕੇ ਕਰਨਗੇ, ਮੇਰਾ ਇਹ ਕੱਖ ਨਹੀਂ ਕਰ ਸਕਦਾ। ਜਦੋਂ ਤੁਸੀਂ ਇੱਕ ਮੁੱਠ ਹੋ ਜਾਓਗੇ, ਹੁਣ ਵੇਖੋ ਇੱਥੇ ਕੀ ਆਪਾਂ ਪੜਿਆ, ਇਹਦੀ 3 ਆਇਤ, ਅਤੇ ਮਿਲਾਪ ਦੇ ਬੰਧ ਵਿੱਚ ਆਤਮਾ ਦੀ ਏਕਤਾ ਦੀ ਪਾਲਣਾ ਕਰਨ ਦਾ ਯਤਨ ਕਰੋ। ਏਕਤਾ ਦੀ, ਜਦੋਂ ਤੁਸੀਂ ਏਕਤਾ ਵਿੱਚ ਰਹੋਗੇ ਤੇ ਸ਼ੈਤਾਨ ਭੱਜੇਗਾ ਤੁਹਾਡੇ ਅੱਗੇ ਲਾ ਕੇ। ਹੁਣ ਵੇਖੋ ਜਿਹੜੀ ਮੈਂ 4 ਨੰਬਰ ਆਇਤ ਤੁਹਾਨੂੰ ਪੜਾਉਣ ਵਾਸਤੇ ਜਾ ਰਿਹਾ, ਹੁਣ ਇੱਥੇ ਵੇਖੋ ਸਾਰਾ ਕੁਝ ਪਲੂਸ ਨੇ ਕਲੀਅਰ ਕਰਦਾ। ਇੱਥੇ ਚਰਚਾਂ ਦੀ ਕੋਈ ਵੀ ਗੱਲ ਨਹੀਂ ਰਹਿ ਗਈ ਵੀ ਚਰਚ ਬਦਲੋ।
परमेश्वर एक आ, प्रभु एक है। वेखो सुनो उत्थे 4 नंबर जो आप इसकी आयत पढ़ते हैं, इफसियां 4 दी 4 आयत, इत्थे की लिखिया, इक्को देही इक्को आत्मा इक्को देही इक्को आत्मा, जिवें तुसी भी अपने सदे होए विच आस विच सदे गए हो। हुण इह लिखिया इक्को देही इक्को आत्मा, जिवें तुसी अपने सदे गए हो। इक्को देही अते इक्को आत्मा है, जिवें तुसी भी अपने सदे दी इक्को आस विच सदे गए हो। आमीन। ਇੱਥੇ ਲਿਖਿਆ ਇੱਕੋ ਦੇਹੀ ਆ, ਇੱਕੋ ਹੀ ਆਤਮਾ ਵਾ, ਔਰ ਜਿੱਦਾਂ ਹੀ ਸੱਦੇ ਗਏ ਆ। ਇੱਥੇ ਮੇਰੇ ਜੀ ਸਾਥੀਓ ਵੱਖਰਾ ਵੱਖਰਾ ਕੋਈ ਨਹੀਂ ਹੈ। ਪ੍ਰਭੂ ਵੰਡ ਕੇ ਕਿਸੇ ਨੂੰ ਕੁਝ ਨਹੀਂ ਦਿੰਦਾ ਮੇਰੇ ਜੀ ਸਾਥੀਓ। ਪਰਮੇਸ਼ਵਰ ਸਾਰਿਆਂ ਨੂੰ ਗਿਫਟ ਦਿੰਦਾ, ਸਾਰਿਆਂ ਦੇ ਨਾਲ ਇੱਕੋ ਜਿਹਾ ਪਿਆਰ ਕਰਦਾ। ਅੱਜ ਆਪਾਂ ਪਾਸਟਰ ਬਦਲ ਦਿੰਨੇ ਆ, ਪਾਸਟਰ ਬਦਲ ਕੇ ਵੇਖ ਲਈਏ, ਸ਼ਾਇਦ ਇਹ ਤੋਂ ਹੀ ਠੀਕ ਨਹੀਂ ਹੋਣ ਡੇ, ਸ਼ਾਇਦ ਪ੍ਰਭੂ ਦੀ ਦੁਆ ਨਹੀਂ ਸੁਣ ਡਿਆ। ਮੇਰੇ ਜੀ ਸਾਥੀਓ ਬਾਈਬਲ ਦੇ ਵਿੱਚ ਲਿਖਿਆ, ਜਿਹਨੇ ਛੋਟੇ ਤੋਂ ਛੋਟੇ ਨੂੰ ਕਬੂਲ ਕੀਤਾ ਉਹਨੇ ਮੈਨੂੰ ਕਬੂਲ ਕੀਤਾ। ਧਿਆਨ ਦੇ ਕੇ ਬਾਈਬਲ ਨੂੰ ਸੁਣੋ। ਜਿੰਨੇ ਛੋਟੇ ਤੋਂ ਛੋਟੇ ਦੇ ਨਾਲ ਪਿਆਰ ਕੀਤਾ ਜਾਂ ਕਬੂਲ ਕੀਤਾ, ਪ੍ਰਭੂ ਕਹਿੰਦਾ ਉਹਨੇ ਮੈਨੂੰ ਕਬੂਲ ਕੀਤਾ। ਤੁਸੀਂ ਆਪਣੇ ਤਰੀਕੇ ਨਾਲ ਜੋ ਮਰਜ਼ੀ ਬੋਲੋ, ਤੁਸੀਂ ਨਹੀਂ, ਤੁਹਾਡੇ ਹਿਸਾਬ ਦੇ ਵਿੱਚ ਪਾਸਟਰ ਦੇ ਵਿੱਚ ਪ੍ਰੋਬਲਮ ਆ, ਕਿਉਂਕਿ ਜੇ ਪਾਸਟਰ ਦੇ ਵਿੱਚ ਪ੍ਰੋਬਲਮ ਆ ਤੇ ਪਰਮੇਸ਼ਵਰ ਕੀ ਕਹਿ ਰਿਹਾ ਅਗਲੀ ਸਾਈਡ, ਜਦੋਂ ਮੈਂ ਇਹਦੀ 5 ਆਇਤ ਪੜਾਂਗਾ। ਇੱਥੇ ਲਿਖਿਆ ਇੱਕੋ ਪ੍ਰਭੂ ਆ, ਇੱਕੋ ਨਿਚਾ ਵਾ ਤੇ ਇੱਕ ਹੀ ਬਪਤਿਸਮਾ ਵਾ। ਆਮੀਨ। ਇੱਕੋ ਪ੍ਰਭੂ ਆ, ਇੱਕੋ ਹੀ ਨਿਚਾ ਵਾ ਤੇ ਇੱਕੋ ਹੀ ਬਪਤਿਸਮਾ ਵਾ। ਹੁਣ ਦੱਸੋ ਮੈਨੂੰ, ਚਰਚ ਚੇਂਜ ਕਰਕੇ ਤੁਸੀਂ ਬਪਤਿਸਮਾ ਉੱਥੇ ਜਾ ਕੇ ਦੂਸਰਾ ਲਾਓ, ਉੱਥੇ ਦੂਸਰੀ ਨੇਚਾ ਰੱਖੋਗੇ। ਦੂਸਰੀ ਨੇਚਾ ਕਿਹੜੀ ਹੈ? ਇੱਕ ਹੀ ਵਿਸ਼ਵਾਸ ਆ, ਇੱਕ ਹੀ ਬਪਤਿਸਮਾ ਵਾ ਤੇ ਇੱਕ ਹੀ ਪ੍ਰਭੂ ਆ। ਇਹ ਨਹੀਂ ਕਿ ਨਾਕਲਾਂ ਦੇ ਚਰਚ 'ਚ ਹਰੇ ਰੰਗ ਦਾ ਵਾ ਜਾਂ ਦੂਜੇ ਥਾਂ ਤੇ ਹੋਰ ਕਲਰ ਦਾ ਵਾ। ਫਰਕ ਹੈ ਤੇ ਸਾਡੇ ਦਿਮਾਗ ਦੇ ਵਿੱਚ ਆ, ਕਿਉਂਕਿ ਸਾਡੇ ਅੰਦਰ ਖੁਦਾ ਦੀ ਬਾਣੀ ਨਹੀਂ ਹੈ। ਜਦ ਸਾਡਾ ਦਾਸ ਸਾਡੇ ਨਾਲ ਪਿਆਰ ਕਰਦਾ ਤਾਂ ਮਤਲਬ ਇਹ ਨਹੀਂ ਕਿ ਉਹਦੇ ਪਿਆਰ ਦਾ ਨਜਾਇਜ਼ ਫਾਇਦਾ ਉਠਾਈਏ ਕਿ ਇਹ ਪਤਾ ਨਹੀਂ ਸਾਡੇ ਨਾਲ ਕਿਉਂ ਇੰਨਾ ਪਿਆਰ ਕਰਦਾ, ਹੁਣ ਇਹ ਜ਼ਿਆਦਾ ਕਲੂਸ ਸਾਡੇ ਹੋ ਗਿਆ, ਪਤਾ ਨਹੀਂ ਕੀ ਆ। ਮੇਰੇ ਜੀ ਸਾਥੀਓ ਇਹ ਐਸੀ ਗੱਲ ਨਹੀਂ, ਕਿਉਂਕਿ ਵੇਖੋ ਪ੍ਰਭੂ ਨੇ ਸਾਨੂੰ ਪਿਆਰ बढ़ाਉਣ ਲਈ ਕਿਹਾ ਵਾ ਕਿ ਅਸੀਂ ਇੱਕ ਦੂਜੇ ਨਾਲ ਬੇਹੱਦ ਪਿਆਰ ਕਰੀਏ। ਕੱਲ ਦੇ ਦਿਨ ਵਿੱਚ ਜਦ ਤੁਸੀਂ ਵਚਨ ਸੁਣਿਆ ਫਿਲਿੱਪੀਆਂ ਦੇ ਵਿੱਚੋਂ ਕਿ ਮਸੀਹ ਦਾ ਸੁਭਾਅ ਕਿਦਾਂ ਦਾ ਸੀ, ਉਹ ਅਧੀਨ ਹੋਇਆ। ਬਾਈਬਲ 'ਚ ਲਿਖਿਆ ਸਲੀਬ ਤੱਕ ਵਫਾਦਾਰ ਰਿਹਾ, ਤੇ ਬਾਈਬਲ 'ਚ ਲਿਖਿਆ ਜੇ ਪ੍ਰਭੂ ਦੇ ਅਧੀਨ ਰਿਹਾ ਪਰਮੇਸ਼ਵਰ, ਪ੍ਰਭੂ ਯਿਸੂ ਮਸੀਹ ਪਰਮੇਸ਼ਵਰ ਦੀ, ਤੇ ਦੱਸਿਆ ਕਿ ਉਹਨੂੰ ਆਲਾ ਨਾਮ ਦਿੱਤਾ ਗਿਆ, ਜਿਹੜਾ ਸਭ ਤੋਂ ਆਲਾ ਨਾਮ ਸੀ, ਅੱਤ ਉੱਚਾ ਕੀਤਾ। ਅੱਜ ਮੇਰੇ ਜੀ ਸਾਥੀਓ ਚਰਚ ਬਦਲਣਾ ਕੁਛ ਨਹੀਂ ਹੋਣਾ, ਇੱਕ ਹੀ ਬਾਈਬਲ ਆ, ਇੱਕ ਹੀ ਬਪਤਿਸਮਾ ਵਾ ਔਰ ਇੱਕ ਹੀ ਨਿਚਾ ਵਾ। ਸਿਰਫ ਫਰਕ ਹੈ ਤੇ ਸਾਡੇ ਦਿਮਾਗ 'ਚ, ਕਿਉਂਕਿ ਚਰਚ ਤੇ ਗਏ ਆ ਪਰ ਇਹ ਬਾਈਬਲ ਨੂੰ ਕਦੀ ਧਿਆਨ ਨਾਲ ਸੁਣਿਆ ਨਹੀਂ। ਅੱਜ ਕਿੰਨੇ ਲੋਕ ਅਸੀਂ ਚਰਚ ਦੇ ਵਿੱਚ ਦੇਖਦੇ ਕਿ ਜਦੋਂ ਪਵਿੱਤਰ ਬਾਈਬਲ ਹੋਣੀ ਹੁੰਦੀ ਆ, ਕਈ ਭੈਣਾਂ ਕੀ ਕਰਨ ਹੁੰਦੀਆਂ, ਆਪਣੀਆਂ ਨੌਵਾਂ ਦੀਆਂ ਪਿਛਲੇ ਬੰਨੇ ਚੁਗਲੀਆਂ ਕਰਨ ਦੀਆਂ ਹੁੰਦੀਆਂ, ਆਪਣੀਆਂ ਨੌਵਾਂ ਦੀਆਂ ਗੱਲਾਂ ਛੇੜੀਆਂ ਹੁੰਦੀਆਂ, ਮੇਰੀ ਨੌਂ ਮੈਨੂੰ ਮਾੜੀ ਟੱਕਰ ਗਈ, ਹਾਂ ਮੈਨੂੰ ਵੀ ਮਾੜੀ ਟੱਕਰ ਗਈ। ਨਹੀਂ ਮੇਰੇ ਜੀ ਸਾਥੀਓ, ਸ਼ੈਤਾਨ ਤੁਹਾਨੂੰ ਕਿਹੜੀਆਂ ਪਲੈਨਿੰਗਾਂ ਦੇ ਨਾਲ ਗੱਲਾਂ ਦੇ ਵਿੱਚ ਲਾਵੇਗਾ, ਤੁਸੀਂ ਉਹਦੇ ਲਈ ਬਿਲਕੁਲ ਧਿਆਨ ਨਹੀਂ ਦੇਣਾ। ਤੁਹਾਡਾ ਕੰਮ ਸਿਰਫ ਪਵਿੱਤਰ ਬਾਈਬਲ ਨੂੰ ਪੜ੍ਹਨਾ, ਤੇ ਜੇ ਤੁਸੀਂ ਆਪਣੀਆਂ ਨੌਵਾਂ ਦੀ ਇੱਜ਼ਤ ਕਰੋਗੇ ਉਹ ਵੀ ਤੁਹਾਡੀ ਇੱਜ਼ਤ ਕਰਨੀ ਹੈ, ਕਿਉਂਕਿ ਜੈਸੇ ਕੋ ਤੈਸਾ, ਜੇ ਤੁਸੀਂ ਉਹਨਾਂ ਨਾਲ ਪਿਆਰ ਕਰੋਗੇ ਉਹ ਵੀ ਤੁਹਾਡੇ ਨਾਲ ਪਿਆਰ ਕਰਨਗੇ। ਜੇ ਮੈਂ ਕਲੀਸਿਆ ਨਾਲ ਪਿਆਰ ਕਰਾਂਗਾ ਤੇ ਕਲੀਸਿਆ ਮੇਰੇ ਨਾਲ ਵੀ ਪਿਆਰ ਕਰੇਗੀ। ਇਸ ਕਰਕੇ ਮੇਰੇ ਜੀ ਸਾਥੀਓ ਇਹ ਵਚਨ ਕਿ ਇਹਨੂੰ ਠੋਕਰ ਦੇਣ ਦਾ ਨਹੀਂ ਹੈ। ਮੈਂ ਵਚਨ ਕਿਉਂ ਬੋਲਿਆ ਕਿ ਜੇ ਹੀ ਪਰਮੇਸ਼ਵਰ ਦੇ ਆ ਤਾਂ ਸਾਡੇ ਸੁਭਾਅ 'ਚ ਫਰਕ ਹੋ ਜਾਂਦਾ। ਹਾਂ ਵੱਖਰੀ ਗੱਲ, ਜੇ ਪਾਸਟਰ ਘੱਟ ਬੋਲਦਾ ਤਾਂ ਮਤਲਬ ਇਹ ਨਹੀਂ ਕਿ ਉਹਦੇ ਮਨ 'ਚ ਆਕੜ ਆ ਗਈ ਆ, ਜੋ ਪਾਣੀ ਨਹੀਂ ਪੀਤਾ ਉਹਨੇ ਸਾਡੇ ਘਰੋਂ ਆਕੜ ਵਾਲਾ ਹੋ ਗਿਆ, ਉਹਨੇ ਕਾਰ ਲੈ ਲਈ, ਉਹਨੇ ਗੱਡੀਆਂ ਲੈ ਲਈਆਂ, ਉਹਨੇ ਘਰ ਬਣਾ ਆਕੜਾ। ਨਹੀਂ 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 ਨਹੀਂ। ਇਫਸੀਆਂ 6 ਦੇ ਜਦ ਤੁਸੀਂ ਪੜੋਗੇ ਉੱਥੇ ਲਿਖਿਆ ਅਸਲ ਜੀਵਨ, ਉੱਥੇ ਲਿਖਿਆ ਨਾ ਕੁਝ ਅਸੀਂ ਨਾਲ ਲੈ ਕੇ ਆਏ ਆ ਤੇ ਨਾ ਹੀ ਕੁਝ ਨਾਲ ਲੈ ਕੇ ਜਾਵਾਂਗੇ। ਮੇਰੇ ਜੀ ਸਾਥੀਓ, ਭਾਵੇਂ ਅੱਜ ਕਰੋੜਾਂ ਤੇ ਅਰਬਾਂ ਦਾ ਜਿੰਨਾ ਵੀ ਮਰਜ਼ੀ ਉਹਦੇ ਕੋਲ ਧਨ ਆ, ਉਹ ਸਾਰਾ ਕੁਝ ਧਰਤੀ ਤੇ ਛੱਡ ਕੇ ਜਾਵੇਗਾ। ਤੁਹਾਡੇ ਨਾਲ ਸਿਰਫ ਭਗਤੀ ਜਾਣੀ ਆ, ਤੁਹਾਡੇ ਨਾਲ ਸਿਰਫ ਤੁਹਾਡੇ ਵਿਚਾਰ ਜਾਣੇ, ਜਿਹੜੇ ਤੁਸੀਂ ਚੰਗੇ ਵਿਚਾਰ, ਜੋ ਤੁਸੀਂ ਪਰਮੇਸ਼ਵਰ ਨਾਲ ਸਮਾਂ ਸਪੈਂਡ ਕਰਦੇ ਜੇ। ਤੁਹਾਡੇ ਨਾਲ ਖਾਣ ਪੀਣ ਵੀ ਨਹੀਂ ਜਾਣਾ, ਕੱਪੜੇ ਵੀ ਤੁਹਾਡੇ ਨਾਲ ਨਹੀਂ ਜਾਣੇ,
क्योंकि जब तिमोथियुस 6 अध्याय पढ़ोगे, मैं कैद तुहानू पढ़ के देना तिमोथियुस, फिर आप इत्थों शुरू कर दियो। हाँ, तिमोथियुस की एक कैद मैं पढ़ांगा। मैं तिमोथियुस खोलो मेरे नाल। ਆਪਾਂ ਤਿਮੋਥਿਉਸ ਖੋਲਾਂਗੇ। ਤਿਮੋਥਿਉਸ ਦੇ ਵਿੱਚ ਬਹੁਤ ਜ਼ਬਰਦਸਤ ਵਚਨ ਹੈ ਖੁਦਾ ਦਾ। ਕਿਉਂਕਿ ਹਰ ਗੱਲ ਦਾ ਉੱਤਰ ਮੇਰੇ ਜੀ ਸਾਥੀ ਪਵਿੱਤਰ ਬਾਈਬਲ ਆ। ਹੁਣ ਮੈਂ ਤਿਮੋਥਿਉਸ ਦੀ ਜਿਹੜੀ ਆਇਤ ਪੜਨ ਜਾ ਰਿਹਾ, ਤੁਸੀਂ ਬੜੇ ਧਿਆਨ ਨਾਲ ਸੁਣਨਾ। ਜਦ ਤੁਸੀਂ ਧਿਆਨ ਦੇ ਕੇ ਖੁਦਾ ਦੇ ਵਚਨਾਂ ਨੂੰ ਸੁਣੋਗੇ, ਫਿਰ ਤੁਹਾਨੂੰ ਸਮਝ ਲੱਗੇਗੀ ਕਿ ਬਾਈਬਲ ਕੀ ਕਹਿ ਰਹੀ ਤੇ ਕੀ ਕਰ ਰਹੇ ਆ। ਅੱਜ ਤੁਸੀਂ ਸੁਣੀਆਂ ਸੁਣਾਈਆਂ ਗੱਲਾਂ ਕਰਦੇ, ਕੋਈ ਤੁਹਾਨੂੰ ਗਲਤੀ ਵੀ ਕਹੇਗਾ, ਤੁਸੀਂ ਗਲਤੀ ਮੰਨ ਲੈਣਾ। ਤੁਸੀਂ ਕਿਸੇ ਬੰਦੇ ਕੋ ਵੀ ਗੱਲ ਸੁਣਦੇ ਹੋ, ਕੋਈ ਸਾਨੂੰ ਪਵਿੱਤਰ ਬਾਈਬਲ 'ਚ ਕਿੱਥੇ ਲਿਖਿਆ ਤੁਹਾਨੂੰ ਦੇ। ਬਾਈਬਲ 'ਚ ਲਿਖਿਆ ਆਖਰੀ ਸਮੇਂ 'ਚ ਬਹੁਤ ਸਾਰੇ ਲੋਕ ਭਰਮਾਉਣ ਵਾਲੇ ਆਉਣਗੇ, ਤੁਹਾਨੂੰ ਭਲੇਵਿਆਂ ਵਿੱਚ ਪਾਉਣਗੇ। ਪਰ ਮੇਰੇ ਜੀ ਸਾਥੀਓ, ਤੁਸੀਂ ਸਿਰਫ ਉਹ ਗੱਲ ਨੂੰ ਮੰਨੋ ਜੋ ਪਵਿੱਤਰ ਬਾਈਬਲ 'ਚ ਲਿਖੀ ਆ। ਹੁਣ ਵੇਖੋ, ਬਹੁਤ ਸਾਰੀਆਂ ਹੀਲਿੰਗਾਂ ਜਿਹੜੀਆਂ ਮੈਂ ਤੁਹਾਨੂੰ ਦੱਸ ਸਕਦਾ। ਅਨੈਂਟਿੰਗ ਜਿਹੜੀ ਖੁਦਾ ਦੀ ਅਨੈਂਟਿੰਗ ਕੰਮ ਕਰਦੀ। ਪਤਰਸ ਦੇ ਦੁਆਰਾ ਪਰਛਾਵੇਂ ਨਾਲ ਲੋਕ ਠੀਕ ਹੁੰਦੇ। ਪਲੂਸ ਦੇ ਕੱਪੜਾ ਛਵਾਉਣ ਦੇ ਨਾਲ ਲੋਕ ਠੀਕ ਹੁੰਦੇ ਸੀ। ਇਹ ਖੁਦਾ ਦਾ ਮਸਾ ਸੀ। ਬਹੁਤ ਕਿਉਂ ਮੈਂ ਤੁਹਾਨੂੰ ਦੱਸਦਾ, ਭੁਲੇਖਿਆਂ 'ਚ ਲੋਕ ਸੌਖੇ ਤਰੀਕੇ ਲੱਭਦੇ ਆ। ਗਲਤ ਗੱਲ। ਸਭ ਤੋਂ ਪਹਿਲਾਂ ਅਸੀਂ ਤਿਮੋਥਿਉਸ 6 ਅਧਿਆਏ, ਇਹਦਾ ਮੈਂ ਇੱਕ ਵਚਨ ਪੜਦਾ। ਹਾਂ, ਇਹਦੇ ਮੈਂ 6 ਬਾਬ ਦੀ 6 ਆਇਤ ਪੜਾਂਗਾ। ਇੱਥੇ ਲਿਖਿਆ, ਪਰ ਸੰਤੋਖ ਨਾਲ ਭਗਤੀ ਹੈ ਤਾਂ ਵੱਡੀ ਖੱਟੀ ਹੈ। ਆਮੀਨ। ਇੱਥੇ ਲਿਖਿਆ ਸੰਤੋਖ ਨਾਲ ਭਗਤੀ ਹੈ ਤੇ ਵੱਡੀ ਖੱਟੀ ਆ। ਜੇ ਅੱਜ ਸਬਰ ਦੀ ਭਗਤੀ ਆ, ਅੱਜ ਸਬਰ ਨਹੀਂ ਹੈ ਮੇਰੇ ਜੀ ਸਾਥੀਓ। ਕੀ ਹਾਲ ਬਣ ਰਿਹਾ ਲੋਕਾਂ ਦਾ। ਲੋਕਡਾਊਨ ਹੈ, ਲੋਕਾਂ ਦਾ ਬੁਰਾ ਹਾਲ ਹੋਣ ਡੇ ਨੇ। ਪਰ ਮੇਰੇ ਜੀ ਸਾਥੀਓ, ਜਿਹੜੇ ਰੱਬ ਦੇ ਬੰਦੇ ਆ, ਜੇ ਏਲੀਆ ਦੇ ਨਾਲ ਪਰਮੇਸ਼ਰ ਦਾ ਆਤਮਾ ਵੇਖੋ, ਉਹਨੂੰ ਕਾਵਾਂ ਦੇ ਦੁਆਰਾ ਖਾਣੇ ਦਾ ਇੰਤਜ਼ਾਮ ਕਰਦਾ, ਹਰ ਇੱਕ ਇੰਤਜ਼ਾਮ ਕਰਦਾ ਹੀ। ਅੱਜ ਤੁਹਾਡੇ ਘਰਾਂ 'ਚ ਕਿੰਨੇ ਕਾਂ ਆ ਰਹੇ ਨੇ? ਉਹ ਕਾਂ ਪ੍ਰਭੂ ਜੀ ਭੇਜ ਰਹੇ ਨੇ, ਡਿਵਾਈਨ ਹੈਲਪਰ, ਸੌਦੇ ਦੇ ਦੁਆਰਾ, ਪੈਸੇ ਦੇ ਦੁਆਰਾ, ਹਰ ਇੱਕ ਇੰਤਜ਼ਾਮ ਦੇ ਦੁਆਰਾ। ਔਰ ਮੇਰੇ ਜੀ ਸਾਥੀਓ, ਤੁਸੀਂ ਹਰ ਗੱਲ ਨੂੰ ਬਾਈਬਲ 'ਚੋਂ ਲੈਣਾ ਕਿ ਜੇ ਏਲੀਆ ਨੂੰ ਖੁਦਾ ਦੇ ਸਕਦਾ, ਕਾਲ ਦੇ ਵਿੱਚ ਵਿਧਵਾ ਨੂੰ ਦੇ ਸਕਦਾ, ਉਹ ਤੁਹਾਨੂੰ ਵੀ ਦੇ ਸਕਦਾ। ਪਰ ਇਹ ਕਿ ਵਿਸ਼ਵਾਸ ਸਾਡਾ ਵਾ ਕਿ ਅਸੀਂ ਕਿੰਨਾ ਸਮਾਂ ਖੁਦਾ ਨੂੰ ਦਿੰਨੇ ਆ। ਜਿਹਦੇ ਕੋਲ ਲੈਣਾ ਉਹਨੂੰ ਹੀ ਕਿੰਨਾ ਸਮਾਂ ਦਿੰਨੇ ਆ। ਜੇ ਅਸੀਂ ਆਪਣੇ ਬੌਸ ਦੇ ਵਫਾਦਾਰ ਨਹੀਂ ਆ ਤੇ ਬੌਸ ਕਦੀ ਵੀ ਸਾਡੀ ਤਰੱਕੀ ਨਹੀਂ ਕਰਦਾ। ਜਦੋਂ ਆਫਿਸ ਦੇ ਵਿੱਚ ਅਸੀਂ ਬੌਸ ਨੂੰ ਸਮਝਦੇ ਜਾਂਦੇ ਆ ਤੇ ਬੌਸ ਸਾਡੀ ਇਨਕਮ ਨੂੰ ਵਧਾਈ ਜਾਂਦਾ, ਸਾਡੀ ਪ੍ਰਮੋਸ਼ਨ ਹੁੰਦੀ ਜਾਂਦੀ। ਕਿਉਂ? ਕਿਉਂਕਿ ਤੁਸੀਂ ਉਹ ਚੀਜ਼ ਨੂੰ ਸਮਝਦੇ ਜਾਂਦੇ ਜੀ। ਤੇ ਜਿਹੜਾ ਬੰਦਾ ਆਪਣੇ ਬੌਸ ਨੂੰ ਨਹੀਂ ਸਮਝੇਗਾ, ਉਹਦੀ ਗੱਲ ਨੂੰ ਨਹੀਂ ਮੰਨੇਗਾ, ਇੱਕ ਦਿਨ ਬੌਸ ਨੂੰ ਕੱਢ ਕੇ ਬਾਹਰ ਨੌਕਰੀ ਤੋਂ ਸੁੱਟ ਦੇਗਾ। ਆਮੀਨ। ਹੁਣ ਇਹ ਜਗ੍ਹਾ ਤੇ ਅਸੀਂ ਪਰਮੇਸ਼ਰ ਦੇ ਵਚਨ ਨੂੰ ਪੜਿਆ, ਬਾਈਬਲ ਦੇ ਵਿੱਚ ਲਿਖਿਆ, ਪਰ ਸੰਤੋਖ ਨਾਲ ਭਗਤੀ ਤੇ ਸਭ ਤੋਂ ਵੱਡੀ ਖੱਟੀ ਹੈ। ਹੁਣ ਅਗਲੀ ਆਇਤ ਕੀ ਲਿਖਿਆ, ਕਿਉਂ ਜੋ ਅਸੀਂ ਜਗਤ ਵਿੱਚ ਕੁਝ ਨਹੀਂ ਲਿਆਂਦਾ ਅਤੇ ਨਾ ਹੀ ਇਸ ਵਿੱਚੋਂ ਕੁਝ ਲੈ ਕੇ ਜਾ ਸਕਦੇ ਹਾਂ। ਆਮੀਨ। ਹੁਣ ਵੇਖੋ ਮੇਰੇ ਜੀ ਸਾਥੀਓ, ਪ੍ਰਭੂ ਦੇ ਵਚਨ ਨੇ ਕੀ ਲਿਖਿਆ। ਤਿਮੋਥਿਉਸ, ਸੰਤ ਪੌਲੁਸ ਜਿਹੜਾ ਤਿਮੋਥਿਉਸ ਦੀ ਕਲੀਸਿਆ ਨੂੰ ਇਹ ਖੱਤ ਲਿਖ ਰਿਹਾ, ਪਰ ਸੰਤੋਖ ਆ ਤੇ ਭਗਤੀ ਦੀ ਸਭ ਤੋਂ ਵੱਡੀ ਖੱਟੀ ਆ। ਅਗਲੀ ਸਾਈਡ ਤੇ ਕੀ ਲਿਖਿਆ, ਕਿਉਂ ਜੋ ਅਸੀਂ ਜਗਤ ਵਿੱਚ ਕੁਝ ਵੀ ਨਾਲ ਲੈ ਕੇ ਆਏ ਨਹੀਂ ਆ ਤੇ ਨਾ ਹੀ ਨਾਲ ਲੈ ਜਾ ਕੇ ਕੀ ਆ, ਲੈ ਜਾ ਸਕਦੇ ਆ। ਅੱਜ ਦੀਆਂ ਮੈਂ ਤੁਹਾਨੂੰ ਗੱਲਾਂ ਦੱਸਾਂ ਤੇ ਮੈਨੂੰ ਹਾਸਾ ਆਉਂਦਾ ਲੋਕਾਂ ਤੋਂ। ਜੇ ਕੋਈ ਵਿਚਾਰਾ ਗਰੀਬ ਘਰ ਬਣਾਉਣ ਲੱਗਦਾ ਤੇ ਪਹਿਲਾਂ ਕੋਈ ਸਾਂਝ ਨਹੀਂ ਹੁੰਦੀ। ਜਦੋਂ ਘਰ ਸ਼ੁਰੂ ਕਰ ਲਾ ਤਾਂ ਉਹਨੇ ਤੈਨੂੰ ਕੰਧਾਂ ਦੇ ਫਿਰ ਹੱਸੇ ਨਿਕਲ ਲੈ ਪੈਂਦੇ, ਵੀ ਆ ਮੈਂ ਕੰਧ, ਮੇਰੀ ਕੰਧ। ਕਈ ਨਜਾਇਜ਼ ਕਰੀ ਜਾਣਗੇ, ਪਤਾ ਵੀ ਹੁੰਦਾ ਵੀ ਇਹ ਗਲਤ ਗੱਲ ਹੈ। ਸਾਡੇ ਨਾਲ ਬਹੁਤ ਕੁਛ ਹੋਇਆ ਜਦੋਂ ਅਸੀਂ ਆਪਣਾ ਘਰ ਬਣਾਇਆ। ਘਰ ਦੇ ਵਿੱਚ ਕਿੰਨੀਆਂ ਮੁਸੀਬਤਾਂ ਆਈਆਂ, ਕੋਈ ਕੰਧਾਂ ਦੀਆਂ ਲੜਾਈ ਝਗੜੇ। ਅਸੀਂ ਹੱਥ ਜੋੜ ਕੇ ਕਹਿੰਦਾ ਭਰਾ ਤੁਸੀਂ ਰੱਖ ਲਓ, ਕਿਉਂਕਿ ਕਈ ਰੱਬ ਦੇ ਬੰਦੇ ਹੀ ਲੜ ਨਹੀਂ ਸਕਦੇ ਕਿਸੇ ਨਾਲ। ਮੈਂ ਤੁਹਾਨੂੰ ਤਾਂ ਹੀ ਕਿਹਾ ਕਿ ਵੇਖੋ, ਜਦੋਂ ਤੁਸੀਂ ਜ਼ਬੂਰ 112 ਪੜੋਗੇ ਨਾ, ਉੱਥੇ ਲਿਖਿਆ ਸਚਿਆਰਾਂ ਦੀ ਪੀੜ੍ਹੀ ਮੁਬਾਰਕ ਹੋਏਗੀ। ਉੱਥੇ ਲਿਖਿਆ ਧਨ ਦੌਲਤ ਉਹਦੇ ਘਰ ਵਿੱਚ ਹੋਏਗਾ, ਧਨ ਦੌਲਤ ਉਹਦੇ ਘਰ ਵਿੱਚ ਹੋਏਗਾ, ਉਹਦੀ ਵੰਸ਼ ਧਰਤੀ ਤੇ ਬਲਵਾਨ ਹੋਏਗੀ।
ਤੁਹਾਡੇ ਬੱਚੇ ਧਰਤੀ ਤੇ ਤਾਕਤਵਰ ਔਰ ਬਲਵਾਨ ਹੋਣਗੇ। ਕਿਉਂ? ਕਿ ਤੁਸੀਂ ਧਰਮੀ ਜੇ। ਮੇਰੇ ਜੀ ਸਾਥੀਓ, ਲੋਕਾਂ ਨਾਲ ਨਹੀਂ ਅਸੀਂ ਵਿਕਣਾ। ਮਾਫ ਕਰ ਦੋ। ਠੱਗੀ ਮਾਰਦਾ ਉਹਨੂੰ ਕਿ ਮਾਰ ਲਾ, ਲੈ ਜਾ। ਫਿਰ 15 ਨੰਬਰ ਜ਼ਬੂਰ ਪੜੋ, ਉੱਥੇ ਲਿਖਿਆ ਯਹੋਵਾ ਦਾ ਸੱਚਾ ਭਗਤ। ਫਿਰ ਜ਼ਬੂਰ 126 ਪੜੋ, ਕੱਲਾ 26 ਪੜੋ, ਖਰੇ ਮਨੁੱਖ ਦੀ ਅਰਦਾਸ। ਇਹ ਜਿਹੜੇ ਮੈਂ ਤੁਹਾਨੂੰ ਜ਼ਬੂਰ ਦੇ ਦੱਸਣ ਡਿਆ, ਤੁਸੀਂ ਆਪਣੇ ਘਰਾਂ 'ਚ ਜਦ ਪੜੋਗੇ ਤੁਹਾਨੂੰ ਜੀਣ ਦਾ ਪਤਾ ਲੱਗੇਗਾ ਕਿ ਜੂਣਾ ਕਿੱਦਾਂ। ਅੱਜ ਤੁਹਾਨੂੰ ਟੈਨਸ਼ਨ ਅੰਦਰੋਂ ਅੰਦਰ ਹੀ ਖਾਈ ਜਾਣਗੇ। ਕਿਉਂ? ਸ਼ੈਤਾਨ ਵੀ ਜਾਂਦਾ ਇਹਦੇ ਅੰਦਰ ਪਵਿੱਤਰ ਬਾਈਬਲ ਨਹੀਂ ਹੈ। ਤੁਹਾਨੂੰ ਵੱਖ-ਵੱਖ ਤਰ੍ਹਾਂ ਦੇ ਸਤਾਓ ਪੇਸ਼ ਕਰੇਗਾ, ਸਤਾਓ ਲਿਆਵੇਗਾ। ਤਾਂ ਤੁਸੀਂ ਕੀ ਕਰਨਾ? ਤੁਹਾਡਾ ਕੰਮ ਸਿਰਫ ਪਵਿੱਤਰ ਬਾਈਬਲ ਨੂੰ ਸਮਾਂ ਦੇਣਾ। ਜਿੰਨਾ ਸਮਾਂ ਬਾਈਬਲ ਨੂੰ ਦੋਗੇ, ਜਿੰਨਾ ਪ੍ਰਾਰਥਨਾ ਕਰੋਗੇ, ਉਹ ਸ਼ਰਮਿੰਦਾ ਹੋਏਗਾ। ਗੱਲਾਂ ਸੁਣਨਾ ਸ਼ਰਮਿੰਦਾ ਨਹੀਂ ਹੁੰਦਾ। ਤੇ ਜਿਹੜੇ ਫਾਈਟਰ ਹੁੰਦੇ ਆ, ਉਹ ਲੜਦੇ ਤੇ ਜਿੱਤਦੇ, ਉਹ ਕੰਪਲੇਂਟ ਨਹੀਂ ਕਰਦੇ। ਅੱਜ ਕਿੰਨੇ ਲੋਕ ਕੰਪਲੇਂਟ ਕਰਦੇ, ਪ੍ਰਭੂ ਜੀ ਮੈਂ ਠੀਕ ਨਹੀਂ ਹੋ ਰਿਹਾ, ਪ੍ਰਭੂ ਮੈਂ ਕਿੱਦਾਂ ਠੀਕ ਹੋਵਾਂ? ਪ੍ਰਭੂ ਨੇ ਕੀ ਆਖਿਆ? ਲੂਕਾ ਦੀ ਅੰਜੀਲ ਜਦੋਂ ਤੁਸੀਂ 14 ਦੀ 26 ਐਤ ਪੜ੍ਹਦੇ ਜੀ, ਉੱਥੇ ਪ੍ਰਭੂ ਨੇ ਆਖਿਆ, ਉਹਦੀ 27 ਐਤ, ਕਿ ਆਪਣੀ ਸਲੀਬ ਚੁੱਕ ਕੇ ਤੇ ਮੇਰੇ ਮਗਰ ਆਓ। ਲੂਕਾ 14 ਕੰਪਲੀਟ ਕਰੋ, ਤੁਹਾਨੂੰ ਪਤਾ ਲੱਗੇਗਾ ਪ੍ਰਭੂ ਨੇ ਸਾਨੂੰ ਕਿਹੜੀ ਆਗਿਆਵਾਂ ਦਿੱਤੀਆਂ। ਜਿਹੜੀਆਂ ਆਗਿਆਵਾਂ ਪ੍ਰਭੂ ਨੇ ਆਪਣੇ ਚੇਲਿਆਂ ਨੂੰ ਦਿੱਤੀਆਂ, ਉਹੀ ਆਗਿਆਵਾਂ ਪ੍ਰਭੂ ਨੇ ਕਲੀਸਿਆ ਨੂੰ ਦਿੱਤੀਆਂ। ਉਹ ਆਗਿਆਵਾਂ ਪ੍ਰਭੂ ਨੇ ਆਪਣੇ ਦਾਸਾਂ ਨੂੰ ਦਿੱਤੀਆਂ। ਮੈਂ ਤੁਹਾਨੂੰ ਹਰ ਰੋਜ਼ ਕਿਉਂ ਕਹਿਣਾ ਕਿ ਤੁਹਾਨੂੰ ਹੁਣ ਫੋਲੋਵਰ ਬਣਨ ਦੀ ਲੋੜ ਨਹੀਂ ਆ, ਹੁਣ ਤੁਹਾਨੂੰ ਚੇਲੇ ਬਣਨ ਦੀ ਲੋੜ ਆ। ਕਿ ਚੇਲੇ ਦਾ ਕੰਮ ਕੀ ਆ? ਕਿ ਬਾਈਬਲ ਚੱਕ ਕੇ ਤੁਹਾਨੂੰ ਦੂਸਰਿਆਂ ਨੂੰ ਸਿਖਾਉਣਾ, ਦੱਸਣਾ। ਜੇ ਤੁਸੀਂ 20 ਸਾਲ ਤੋਂ ਮਸੀਹ ਦੇ, ਪਰ ਅੱਜ ਵੀ ਤੁਹਾਨੂੰ ਬਾਈਬਲ ਦੀ ਆਇਤ ਨਹੀਂ ਕੱਢਣੀ ਆਉਣ ਦੀ, ਤੁਹਾਨੂੰ ਪਤਾ ਨਹੀਂ ਬਾਈਬਲ ਕਿਹੜੀ। ਇਹਦਾ ਮਤਲਬ ਕੀ ਆ? ਕਿ ਤੁਸੀਂ ਸਿਰਫ ਚਰਚ ਜਾਂਦੇ ਹੋ ਤੇ ਘਰ ਆ ਜਾਂਦੇ ਹੋ। ਮੈਂ ਤੁਹਾਡੇ ਵਿੱਚ ਐਸੀਆਂ ਚੀਜ਼ਾਂ ਮੇਰੇ ਜੀ ਸਾਥੀਓ ਵੇਖਣਾ ਚਾਹੁੰਦਾ ਕਿ ਚਰਚ ਲੱਗਣ ਦੇ ਤੁਹਾਡੇ ਅੰਦਰ ਇੰਨਾ ਚੇਂਜ ਦੇਖਣਾ ਚਾਹੁੰਦਾ ਕਿ ਤੁਸੀਂ ਬਾਈਬਲ ਦੀ ਇੱਕ ਆਇਤ ਨੂੰ ਸ਼ਾਂਟ ਤੋਂ ਫੜ ਗਏ। ਹੁਣ ਮੈਂ ਜਿੰਨੀਆਂ ਗੱਲਾਂ ਤੁਹਾਨੂੰ ਦੱਸਦਾ, ਕਿਉਂਕਿ ਮੈਂ ਸਮਾਂ ਖੁਦਾ ਨਾਲ ਸਪੈਂਡ ਕਰਦਾ, ਖੁਦਾ ਦੇ ਜਿਹੜਾ ਬੰਦਾ ਪਰਮੇਸ਼ਵਰ ਦੇ ਨਾਲ ਗੱਲ ਕਰਦਾ ਔਰ ਬਾਈਬਲ ਦੇ ਵਿੱਚ ਰਹਿੰਦਾ, ਉਹੀ ਬੰਦਾ ਤੁਹਾਨੂੰ ਇਹ ਵਚਨ ਦੇ ਸਕਦਾ। ਤਿਮੋਥੀਉਸ ਨੇ ਹੁਣ ਕੀ ਦੱਸਿਆ ਕਿ ਅਸਲ ਜੀਵਨ ਸਾਡਾ ਕਿੱਦਾਂ ਦਾ ਹੋਣਾ ਚਾਹੀਦਾ ਵਾ। ਜਦੋਂ ਇਹਦੀ ਅਗਲੀ ਸਾਈਡ ਆਪਾਂ ਪੜਾਂਗੇ 8 ਐਤ, ਇੱਥੇ ਲਿਖਿਆ, ਪਰ ਸਾਨੂੰ ਭੋਜਨ ਮਿਲ ਗਿਆ, ਬਸਤਰ ਮਿਲਿਆ। ਪਰ ਜਦੋਂ ਸਾਨੂੰ ਭੋਜਨ ਬਸਤਰ ਮਿਲੇ ਹੋਏ ਹੈ ਤਾਂ ਸਾਡੇ ਲਈ ਇਹੋ ਬਥੇਰਾ। ਇੱਥੇ ਲਿਖਿਆ ਸਾਨੂੰ ਭੋਜਨ ਮਿਲ ਗਿਆ ਤੇ ਸਾਨੂੰ ਕੱਪੜੇ ਮਿਲ ਗਿਆ ਤੇ ਸਾਡੇ ਬਾਅਦ ਇਹੋ ਕੀ ਆ? ਬਥੇਰਾ। ਪਰ ਮੇਰੇ ਜੀ ਸਾਥੀਓ, ਇਨਸਾਨ ਇਹਨਾਂ ਗੱਲਾਂ ਤੇ ਰਹਿੰਦਾ ਨਹੀਂ ਹੈ। ਜਿਹੜਾ ਅੱਜ ਦੇ ਦਿਨ 'ਚ 10,000 ਕਮਾਉਂਦਾ ਹੁੰਦਾ ਮੇਰੀ 20,000 ਇਨਕਮ ਹੋਣੀ ਚਾਹੀਦੀ ਹੈ। ਜਿਹੜਾ 20,000 ਕਮਾਉਂਦਾ ਉਹ ਕਹਿੰਦਾ ਮੇਰੀ 40,000 ਹੋਣੀ ਚਾਹੀਦੀ ਹੈ। ਜਿਹੜਾ 40,000 ਕਹਿੰਦਾ ਮੇਰੀ 80 ਹੋਣੀ ਚਾਹੀਦੀ ਹੈ। ਪਰ ਬਾਈਬਲ ਕੀ ਕਹਿੰਦੀ ਹੈ? ਤੁਸੀਂ ਜਦ ਯਹੂਨਾ ਦੀ ਪੱਤਰੀ ਪੜੋਗੇ, ਉਸ ਤੇ ਲਿਖਿਆ ਕਿ ਸੰਸਾਰ ਨਾਲ ਮੋਹ ਨਾ ਰੱਖ, ਨਾ ਉਹਨਾਂ ਚੀਜ਼ਾਂ ਤੇ ਜਿਹੜੀਆਂ ਸੰਸਾਰ ਦੇ ਵਿੱਚ ਆ। ਆਮੀਨ। ਇੱਕ ਵਚਨ ਤੁਹਾਨੂੰ ਸਮਝਾ ਕੇ ਪ੍ਰਭੂ ਸਿੱਧ ਕਰ ਦੇਗਾ ਬਾਈਬਲ ਦੇ ਦੁਆਰਾ ਸਾਡਾ ਅਸਲ ਜੀਵਨ ਕਿੱਦਾਂ ਦਾ ਹੋਣਾ ਚਾਹੀਦਾ। ਇੱਥੇ ਪਹਿਲੇ ਕੀ ਲਿਖਿਆ? ਜੇ ਸੰਤੋਖ ਦੀ ਭਗਤੀ ਆ ਤੇ ਸਭ ਤੋਂ ਵੱਡੀ ਕੀ ਆ? ਖੱਟੀ ਆ। ਜੇ ਮੇਰੇ ਜੀ ਸਾਥੀਓ, ਲੋਕਡਾਊਨ ਚਰਚ ਬੰਦ ਆ, ਨਹੀਂ ਦਾਨ ਆ ਰਿਹਾ, ਕੁਛ ਨਹੀਂ ਹੋ ਰਿਹਾ, ਖੁਦਾ ਫਿਰ ਵੀ ਆਪਣੇ ਬੱਚਿਆਂ ਨੂੰ ਦੇ ਰਿਹਾ। ਤੁਸੀਂ ਸੋਚੋ, ਕਲੀਸਿਆ ਕੁਛ ਨਹੀਂ ਦੇ ਰਹੀ, ਪਰਮੇਸ਼ਵਰ ਕਰ ਰਿਹਾ। ਇਹ ਵੀ ਉਹਦੀ ਮਰਜ਼ੀ ਹੈ, ਕਿਉਂਕਿ ਰੋਮੀਆਂ ਦੀ ਕਿਤਾਬ ਦੇ ਵਿੱਚ ਲਿਖਿਆ ਸਭ ਚੀਜ਼ਾਂ ਮਿਲ ਕੇ ਸਾਡਾ ਭਲਾ ਕਰਦੀਆਂ। ਸਾਡਾ ਭਲਾ ਆ। ਅਸੀਂ ਕਿਉਂ ਕਹੀਏ ਪ੍ਰਭੂ ਨੇ ਮਾੜਾ ਕੀਤਾ? ਜੋ ਵੀ ਕਰਦਾ ਉਹ ਹੋਲੀ ਸਪਿਰਿਟ ਠੀਕ ਕਰਦਾ, ਉਹ ਚੰਗਾ ਕਰਦਾ। ਬਾਕੀ ਵੇਖੋ, ਤੁਸੀਂ ਪ੍ਰਾਰਥਨਾ ਵਿੱਚ ਆਪਣੇ ਦੇਸ਼ ਲਈ ਪ੍ਰੇਅਰ ਕਰੋ, ਆਪਣੇ ਦਾਸਾਂ ਲਈ ਪ੍ਰੇਅਰ ਕਰੋ, ਆਪਣੇ ਰਿਸ਼ਤੇਦਾਰਾਂ ਲਈ ਪ੍ਰੇਅਰ ਕਰੋ, ਆਪਣੇ ਪੜੋਸੀਆਂ ਲਈ ਪ੍ਰੇਅਰ ਕਰੋ। ਔਰ ਪ੍ਰੇਅਰ ਕਰਨ ਤੋਂ ਪਹਿਲਾਂ ਮੈਂ ਕਿਹਾ ਮਾਫ ਕਰੋ। ਬਾਈਬਲ ਦੇ ਵਿੱਚ ਲਿਖਿਆ, ਪਤਰਸ ਨੇ ਪ੍ਰਭੂ ਨੂੰ ਪੁੱਛਿਆ ਕਿ ਪ੍ਰਭੂ ਜੀ ਮੇਰਾ ਭਰਾ ਗਲਤੀ ਕਰੇ, ਉਹਨੂੰ ਮੈਂ ਕਿੰਨੀ ਵਾਰ ਮਾਫ ਕਰਾਂ? ਪ੍ਰਭੂ ਨੇ ਆਖਿਆ 7 ਵਾਰ। 7 × 70 ਵਾਰ, 490 ਵਾਰ ਉਹਨੂੰ ਮਾਫ ਕਰ। ਅੱਜ ਕਿੰਨੇ ਲੋਕ ਕਹਿੰਦੇ ਨਹੀਂ ਮੈਂ ਉਹਦੇ ਘਰ ਹੀ ਨਹੀਂ ਜਾਣਾ, ਮੈਂ ਉਹਨੂੰ ਕਵਾਉਣਾ। ਨਹੀਂ ਮੇਰੇ ਜੀ ਸਾਥੀਓ, ਇਹ ਸਾਡਾ ਕਰੈਕਟਰ ਨਹੀਂ ਆ ਤੇ ਨਾ ਪ੍ਰਭੂ ਯਿਸੂ ਦਾ ਇਹ ਕਰੈਕਟਰ ਆ। ਸਾਨੂੰ ਆਪਣੇ ਆਪ ਨੂੰ ਨੀਵਾਂ ਕਰਨਾ ਪੈਣਾ, ਨੰਬਰ ਕਰਨਾ ਪੈਣਾ। ਹੁਣ ਤੁਸੀਂ ਸੁਣਿਆ ਤਾਂ ਹੈਗਾ, ਇਹਦੀ 2 ਆਇਤ ਨੇ ਕੀ ਲਿਖਿਆ? ਫਿਰ ਇਫਸੀਆਂ 'ਚ ਮੈਂ ਆ ਗਿਆ 4 ਦੀ 2 ਨੇ ਕੀ ਲਿਖਿਆ? ਮੈਂ ਫਿਰ ਰਿਪੀਟ ਕਰਾਂਗਾ। ਇੱਥੇ ਲਿਖਿਆ ਅਰਥਾਤ ਪੂਰਨ ਅਧੀਨਗੀ, ਯਾਨੀ ਕਿ ਅੱਜ ਜੇ ਤੁਸੀਂ ਕਿਸੇ ਨੂੰ ਕਮਾਉਂਦੇ ਨਹੀਂ, ਜੇ ਪ੍ਰਭੂ ਨੇ ਕਿਹਾ ਉਹਦੇ ਗਾੜੀ ਨੀਵੇਂ ਹੋ। ਅਧੀਨਗੀ, ਪੂਰਨ ਅਧੀਨਗੀ,
ਨਰਮਾਈ, ਨੰਬਰ ਹੋ ਕੇ ਗੱਲ ਕਰਨੀ, ਉੱਚੀ ਅੱਖ ਚੁੱਕ ਕੇ ਗੱਲ ਨਹੀਂ ਕਰਨੀ। ਤੀਸਰੀ, ਧੀਰਜ ਦੇ ਨਾਲ, ਧੀਰਜ ਸਹਿਤ, ਧੀਰਜ ਵਿੱਚ ਹੌਸਲੇ ਨਾਲ, ਪ੍ਰੇਮ ਸਹਿਤ ਇੱਕ ਦੂਜੇ ਦੀ ਸਹਿ ਲਓ। ਅੱਜ ਕੀ ਕਹਿੰਦੇ, ਮੈਨੂੰ ਇਹਨੇ ਗਾਲ ਕੱਢੀ ਬੜੇ ਚਿਰ ਦੀ, ਮੈਂ ਇਹਦੇ ਘਰ ਨਹੀਂ ਜਾਣਾ, ਘਰ ਬੰਦਗੀ ਵੀ ਭਾਵੇਂ ਨਹੀਂ ਇਹਨੇ ਮੈਨੂੰ ਗਾਲ ਕੱਢੀ, ਮੈਂ ਇਹਦੇ ਘਰ ਨਹੀਂ ਜਾਣਾ। ਇਹਦਾ ਮਤਲਬ ਕੀ ਆ ਕਿ ਤੁਸੀਂ ਜਿਉਂਦੇ ਜੇ, ਤੁਸੀਂ ਮਰੇ ਨਹੀਂ ਜੇ। ਤੁਸੀਂ ਇਹ ਜਿਉਂਦੇ ਜੇ ਤੇ ਪ੍ਰਭੂ ਮਰਿਆਂ ਦਾ, ਪ੍ਰਭੂ ਜਿਉਂਦਿਆਂ ਦਾ ਨਹੀਂ। ਕਹਿਣ ਦਾ ਮਤਲਬ ਮਰਿਆਂ ਦਾ ਕਿੱਦਾਂ ਕਿ ਉਹਨਾਂ ਨੇ ਆਪਣੇ ਆਪ ਨੂੰ ਸੰਸਾਰ ਦੇ ਵਿੱਚੋਂ ਮਾਰਦਾ ਤੇ ਮਸੀਹ ਵਿੱਚ ਜੀ ਉੱਠੇ ਆ। ਜੇ ਤੁਸੀਂ ਕਹਿੰਦੇ ਜੇ ਕਿ ਮਸੀਹ ਸਾਡੇ ਜੀਵਨ 'ਚ ਜੀ ਉੱਠਿਆ, ਅਸੀਂ ਮਸੀਹ 'ਚ ਜੀ ਉੱਠੇ ਆ, ਤੇ ਫਿਰ ਤੁਹਾਨੂੰ ਇਹ ਚੀਜ਼ਾਂ ਨੂੰ ਮਾਰਨਾ ਪੈਣਾ, ਕਿਉਂਕਿ ਉਹਨੇ ਖੁਦ ਵੇਖੋ ਕੀ ਕੁਛ ਸਹਿਆ। ਮੇਰੇ ਪਰਮੇਸ਼ਵਰ ਨੇ, ਸਾਡੇ ਪ੍ਰਭੂ ਨੇ ਕਿੰਨਾ ਕੁਛ ਸਹਿਆ। ਕੀ ਕੁਝ ਲੋਕ ਬੋਲਦੇ ਸੀ, ਤਾਨੇ ਮਾਰਦੇ, ਮਿਹਣੇ ਮਾਰਦੇ, ਪਰ ਪ੍ਰਭੂ ਨੇ ਕਿਸੇ ਨੂੰ ਕੁਛ ਨਹੀਂ ਬੋਲਿਆ। ਉਹਨੇ ਕੀ ਬੋਲਿਆ ਕਿ ਪਿਤਾ ਇਹਨਾਂ ਨੂੰ ਮਾਫ ਕਰੇ, ਲੋਕ ਨਹੀਂ ਜਾਣਦੇ। ਮੈਂ ਕੱਲ ਵੀ ਇਹ ਗੱਲ ਤੁਹਾਨੂੰ ਦੱਸੀ। ਮੇਰੇ ਜੀ ਸਾਥੀਓ, ਵਚਨ ਤੁਹਾਡੇ ਲਈ ਨੇ, ਵਚਨ ਮੇਰੇ ਲਈ ਆ। ਮੈਂ ਤੁਹਾਨੂੰ ਨਹੀਂ ਸਿਖਾਵਾਂਗਾ, ਮੈਨੂੰ ਸਿਖਾਉਣ ਦੀ ਲੋੜ ਨਹੀਂ ਆ, ਮੈਨੂੰ ਖੁਦ ਸਿੱਖਣ ਦੀ ਲੋੜ ਹੈ। ਇਹ ਵਚਨ ਮੇਰੇ ਲਈ ਜੀ। ਮੈਂ ਤੁਹਾਨੂੰ ਨਹੀਂ ਸਿਖਾ ਰਿਹਾ ਕਿ ਮੈਂ YouTube ਤੇ ਲੋਕਾਂ ਨੂੰ ਸਿਖਾਵਾਂ। ਬਾਈਬਲ 'ਚ ਲਿਖਿਆ, ਜੇ ਮੈਂ ਜੱਗ ਕਮਾਵਾਂ ਤੇ ਆਪਣੀ ਜਾਨ ਗਵਾਵਾਂ, ਮੈਨੂੰ ਕੀ ਲਾਭ ਹੈ। ਜੇ ਆਪਾਂ ਜੱਗ ਨੂੰ ਕਮਾਈ ਜੇ, ਲੱਗ ਕਮਾ ਲਿਆ, ਜੱਗ ਕਮਾ ਲਿਆ, ਲੋਕ ਬਚ ਗਏ, ਆਪ ਨਰਕਾਂ ਵਿੱਚ ਚਲ ਗਿਆ, ਤਾਂ ਕੀ ਫਾਇਦਾ ਆ। ਇਹ ਵਚਨ ਮੇਰੇ ਲਈ। ਸਭ ਤੋਂ ਪਹਿਲਾਂ ਮੈਂ ਆਪਣਾ ਸੁਭਾਅ ਬਦਲਾਂ, ਮੇਰਾ ਉੱਠਣਾ, ਮੇਰਾ ਬੈਠਣਾ, ਮੇਰਾ ਖਾਣਾ, ਮੇਰਾ ਪਹਿਨਣਾ, ਮੇਰਾ ਸਭ ਕੁਝ ਕਿਹਦੇ ਵੱਲੋਂ ਹੋਵੇ, ਪਰਮੇਸ਼ਵਰ ਦੇ ਵੱਲੋਂ ਹੋਵੇ। ਇਹ ਮੇਰੇ ਲਈ ਵਚਨ ਮੇਰੇ ਜੀ ਸਾਥੀਓ। ਮੈਂ ਕਿਸੇ ਨੂੰ ਨਹੀਂ ਦੱਸਦਾ, ਮੈਂ ਫੋਲੋਵਰ ਕਰਾਂਗਾ ਇਸ ਵਚਨ ਨੂੰ, ਔਰ ਉਹਦੀ ਕਿਰਪਾ ਦੁਆਰਾ ਮੈਂ ਕਰਾਂਗਾ। ਤੁਹਾਨੂੰ ਮੈਂ ਵੇਖੋ ਤਾਂ ਕਹਿ ਸਕਦਾ, ਜੇ ਸਭ ਤੋਂ ਪਹਿਲਾਂ ਮੈਂ ਸਿੱਧ ਹੋਵਾਂਗਾ। ਮੈਂ ਵੇਖੋ ਤੁਹਾਨੂੰ ਇਹੋ ਕਹਿਣਾ, ਆਪਣੇ ਸੁਭਾਅ ਵਿੱਚ ਨਵੇਂ ਬਣੋ। ਜੇ ਤੁਹਾਨੂੰ ਡਿਊਟੀਆਂ ਮਿਲੀਆਂ ਵਾ ਪ੍ਰੇਅਰ ਦੀਆਂ, ਅੱਜ ਤੁਹਾਡਾ ਕੀ ਕੰਮ ਹੈ। ਜੇ ਮੰਨ ਲਓ ਪਾਸਟਰ ਪ੍ਰੇਅਰ ਨਹੀਂ ਕਰ ਰਿਹਾ, ਤੁਸੀਂ ਪ੍ਰਾਰਥਨਾ ਕਰੋ ਇੱਕ ਦੂਜੇ ਦੇ ਉੱਤੇ। ਪਰ ਬਹੁਤ ਸਾਰੇ ਲੋਕ ਕਰਦੇ ਆ, ਜੋ ਕੰਨ ਵਿੱਚ ਜ਼ਬੂਰ ਉਹਨਾਂ ਨੂੰ ਪੜ੍ਹਨਾ ਆ ਜਾਂਦਾ, ਮੱਤੀ 18 ਦੀ 18 ਆ ਜਾਂਦੀ ਆ, ਉਹ 300 ਰੁਪਏ ਦੀ ਬਾਈਬਲ ਖਰੀਦਦਾ ਤੇ ਨਾਲ ਹੀ ਸੇਵਕਾਈ ਸ਼ੁਰੂ ਕਰ ਦਿੰਦਾ। ਕਿੱਥੇ ਲਿਖਿਆ ਤੁਹਾਨੂੰ ਪ੍ਰਭੂ ਨੇ ਸੇਵਕਾਈ ਕਰ ਲਈ? ਕਿਉਂਕਿ ਬਾਈਬਲ ਦੇ ਵਿੱਚ ਲਿਖਿਆ, ਜਦ ਤੁਸੀਂ ਧਿਆਨ ਦੇ ਕੇ ਪਰਮੇਸ਼ਰ ਦੇ ਵਚਨਾਂ ਨੂੰ ਪੜੋਗੇ, ਫਸਟ ਪ੍ਰੇਰਿਤੋਂ ਕੇ ਕਾਮ ਜਦੋਂ ਪੜਦੇ ਜੇ, ਉਹ ਜਗ੍ਹਾ ਤੇ ਲਿਖਿਆ ਕਿ ਪਰਮੇਸ਼ਵਰ 40 ਦਿਨ ਆਪਣੇ ਚੇਲਿਆਂ ਨੂੰ ਦਰਸ਼ਨ ਦਿੰਦਾ ਰਿਹਾ। ਔਰ ਬਾਈਬਲ ਦੇ ਵਿੱਚ ਲਿਖਿਆ, ਪ੍ਰਭੂ ਨੇ ਕੀ ਆਖਿਆ ਕਿ ਜਿੰਨਾ ਚਿਰ ਉੱਪਰ ਤੋਂ ਤੁਹਾਨੂੰ ਪਿਤਾ ਦੀ ਉਡੀਕ, ਕਰਾਰ ਦੀ ਉਡੀਕ ਕਰੋ, ਤਦ ਤੱਕ ਯਰੂਸ਼ਲਮ ਚੋਂ ਬਾਹਰ ਨਹੀਂ ਨਿਕਲਣਾ। ਮੇਰੇ ਕਹਿਣ ਦਾ ਭਾਵ ਕੀ ਆ ਕਿ ਅੱਜ ਮੈਂ ਤੁਹਾਨੂੰ ਥੋੜੀ ਛੂਟ ਦੇਦਾ, ਕੋਈ ਨਹੀਂ, ਤੁਸੀਂ ਇੱਕ ਦੂਜੇ ਤੇ ਪ੍ਰਾਰਥਨਾ ਕਰ ਦਿਓ। ਤੇ ਬਹੁਤ ਸਾਰੇ ਲੋਕ ਆਉਂਦੇ, ਚਲੋ ਹੁਣ ਪਵਿੱਤਰ ਬਾਈਬਲ ਲਈਏ, ਵਿਹਲੇ ਹੈਗੇ ਆ, ਆਪਾਂ ਸੇਵਕਾਈ ਸ਼ੁਰੂ ਕਰ ਦਿੰਦੇ ਆ। ਸੇਵਕਾਈ ਮੇਰੇ ਜੀ ਸਾਥੀਓ, ਉਹ ਜਿਹੜੀ ਪਵਿੱਤਰ ਆਤਮਾ ਦੁਆਰਾ ਖੁਦਾ ਤੁਹਾਨੂੰ ਖੜਾ ਕਰਦਾ। ਕਿਉਂਕਿ ਬਾਈਬਲ 'ਚ ਲਿਖਿਆ, ਜਦੋਂ ਦਾਊਦ ਨੂੰ ਮਸਾ ਕੀਤਾ ਸ਼ਮੂਏਲ ਦੇ ਦੁਆਰਾ, ਬਾਈਬਲ 'ਚ ਲਿਖਿਆ ਜਿਹੜਾ ਸ਼ਾਉਲ ਸੀ ਉਹ ਬਾਰ-ਬਾਰ ਗਲਤੀਆਂ ਕਰਦਾ, ਉਹਨੇ ਪ੍ਰਭੂ ਦੇ ਦਾਸ ਦੇ ਮਨ ਨੂੰ ਦੁਖੀ ਕੀਤਾ। ਇਹ ਵੀ ਇੱਕ ਕਰੈਕਟਰ ਆ, ਪ੍ਰਭੂ ਦੇ ਦਾਸ ਦੇ ਮਨ ਨੂੰ ਦੁਖੀ ਕੀਤਾ। ਔਰ ਬਾਈਬਲ ਦੇ ਵਿੱਚ ਲਿਖਿਆ ਕਿ ਉਹਨੇ ਬਾਰ-ਬਾਰ ਉਹਦੀ ਗੱਲ ਨੂੰ ਨਹੀਂ ਮੰਨਿਆ, ਸ਼ਮੂਏਲ ਨੂੰ ਬਾਰ-ਬਾਰ ਪਰੇਸ਼ਾਨ ਕਰਦਾ। ਔਰ ਜਦ ਤੁਸੀਂ ਫਸਟ ਸ਼ਮੂਏਲ 16 ਅਧਿਆਇ ਪੜੋਗੇ, ਉੱਤੇ ਲਿਖਿਆ ਕਿ ਪਰਮੇਸ਼ਵਰ ਦੀ ਆਵਾਜ਼ ਆਈ ਆ ਸ਼ਮੂਏਲ ਨੂੰ ਕਿ ਜਾ ਬੈਤਲਹਮ ਨਾਮੇ ਨਗਰ ਦੇ ਵਿੱਚ ਜਾ, ਉੱਤੇ ਯਿਸੀ ਨਾਮੇ ਉਹਦੇ ਪੁੱਤਰਾਂ ਵਿੱਚ ਇੱਕ ਨੂੰ ਮੇਰੇ ਕੰਮਾਂ ਲਈ ਮਸਾ ਕਰ। ਹੁਣ ਮੇਰੇ ਜੀ ਸਾਥੀਓ, ਇੱਥੇ ਸ਼ਮੂਏਲ ਨੂੰ ਆਵਾਜ਼ ਆਈ ਆ, ਉਹਨੇ ਮਸਾ ਕੀਤਾ। ਮੇਰੀ ਪੁਰਾਣੀ ਕਲੀਸਿਆ ਵਿੱਚ ਬਹੁਤ ਸਾਰੇ ਲੋਕ ਜਿਹੜੇ ਸਾਡੇ ਨਾਲ ਇਸੇ ਗੱਲੋਂ ਨਾਰਾਜ਼ ਸੀ ਕਿ ਸਾਨੂੰ ਮਸਾ ਨਹੀਂ ਕਰਦੇ। ਮੇਰੇ ਜੀ ਸਾਥੀਓ, ਜਦ ਤੱਕ ਪਵਿੱਤਰ ਆਤਮਾ ਦੀ ਗਵਾਹੀ ਨਹੀਂ ਤੁਹਾਡੇ, ਤੁਹਾਨੂੰ ਪਤਾ ਨਹੀਂ ਹੈ ਉੱਠਣ ਦਾ, ਬੈਠਣ ਦਾ, ਤੁਹਾਨੂੰ ਪਤਾ ਨਹੀਂ ਆ ਤੁਹਾਨੂੰ ਕਿੱਦਾਂ ਹੀ ਮਸਾ ਕਰਦੀ ਹੈ। ਮੰਨ ਲਓ ਇੱਕ ਡਰਾਈਵਰ ਨੇ ਸ਼ਰਾਬ ਪੀਤੀ ਆ, ਉਹ ਡਰਿੰਕ ਦੇ ਨਾਲ ਗੱਡੀ ਚਲਾਉਣ ਡਿਆ, ਬੱਸ ਫੜਾਈ ਉਹਨੂੰ ਸ਼ਰਾਬ ਦੀ, ਸ਼ਰਾਬ ਪੀ ਕੇ ਬੇਟਾ 300 ਸਵਾਰੀ ਵਿੱਚ ਸ਼ਰਾਬ ਨਾਲ ਰੱਜਿਆ, ਖੱਡ ਵਿੱਚ ਸੁੱਟ ਕੇ ਸਾਰੀਆਂ ਸਵਾਰੀਆਂ ਮਾਰ ਦੇਗਾ। ਮੇਰੇ ਕਹਿਣ ਦਾ ਭਾਵ ਕੀ ਹੈ ਕਿ ਸਭ ਤੋਂ ਪਹਿਲਾਂ ਉਹਨੂੰ ਸਿੱਖਣ ਦੀ ਲੋੜ ਆ। ਅੱਜ ਸਿੱਖਣਾ ਨਹੀਂ ਚਾਹੁੰਦੇ, ਸਿਖਾਉਣਾ ਚਾਹੁੰਦੇ ਕਿ ਸਾਡੇ ਕੋਲ ਸਿੱਖੋ। ਬਹੁਤ ਸਾਰੇ ਲੋਕ ਗੁੱਸਾ ਕਰਦੇ ਆ। ਮੇਰੇ ਜੀ ਸਾਥੀਓ, ਗੁੱਸਾ ਕਰ ਸਕਦੇ ਹੋ ਕਿਉਂਕਿ ਬਾਈਬਲ 'ਚ ਲਿਖਿਆ ਜੋ ਕੁਝ ਸਾਡੇ ਅੰਦਰ ਉਹ ਕੁਝ ਅੰਦਰੋਂ ਬਾਹਰ ਆਉਣਾ ਵਾ। ਜੇ ਉਹਨਾਂ ਦੇ ਅੰਦਰ ਗੁੱਸਾ ਤੇ ਗੁੱਸਾ ਹੀ ਆਏਗਾ। ਬਹੁਤ ਸਾਰੇ ਲੋਕ ਇਸੇ ਗੱਲੋਂ ਨਾਰਾਜ਼ ਹੋ ਜਾਂਦੇ ਆ। ਅੱਜ ਉਹ ਪਾਸਟਰ ਦੀ ਬਲੈਸਿੰਗ ਨੂੰ ਵੇਂਦੇ ਆ, ਪਾਸਟਰ ਦੇ ਘਰ ਨੂੰ ਵੇਂਦੇ ਆ,
ਪਾਸਟਰ ਦੀ ਟਾਈ ਨੂੰ ਵੇਂਦੇ ਆ, ਗੱਡੀਆਂ ਵੇਖਦੇ ਕਿ ਉਹਦੇ ਥੱਲੇ ਗੱਡੀਆਂ, ਪਰ ਇਹ ਨਹੀਂ ਪਤਾ ਉਹ ਗੱਡੀਆਂ ਆਈਆਂ ਕਿੱਦਾਂ ਵਾ, ਅਧੀਨਗੀ ਦੇ ਨਾਲ ਆਈਆਂ। ਉਹਨੇ ਸਹਿਆ ਵਾ। ਪਿੰਡ 'ਚ ਕਿੰਨੇ ਲੋਕ ਗਾਲਾਂ ਕੱਢਦੇ, ਕਿੰਨੇ ਲੋਕ ਗਲਤ ਸ਼ਬਦ ਬੋਲਦੇ, ਕਿੰਨੇ ਚੋਰ ਤੇ ਕਿੰਨੇ ਠੱਗ ਬੋਲਦੇ, ਕਿਹੜੇ ਕਿਹੜੇ ਸ਼ਬਦ ਸਾਨੂੰ ਲੋਕਾਂ ਨੇ ਨਹੀਂ ਬੋਲੇ। ਪਰ ਮੇਰੇ ਜੀ ਸਾਥੀਓ, ਬਾਈਬਲ 'ਚ ਲਿਖਿਆ ਜਿਹੜਾ ਆਖਰ ਤੱਕ ਸਹਿਗਾ ਉਹੀ ਬਚਾਇਆ ਜਾਵੇਗਾ। ਔਰ ਇਬਰਾਨੀਆਂ ਦੇ ਵਿੱਚ ਲਿਖਿਆ ਕਿ ਅਜੇ ਤੁਸੀਂ ਲਹੂ ਦੇ ਬਹਾਉਣ ਤੱਕ ਸਾਹਮਣਾ ਨਹੀਂ ਕੀਤਾ, ਅਜੇ ਬੜਾ ਕੁਝ ਹੋਣਾ। ਇਸ ਕਰਕੇ ਮੇਰੇ ਜੀ ਸਾਥੀਓ, ਜਦੋਂ ਪਰਮੇਸ਼ਵਰ ਦੇ ਦਾਸ ਸ਼ਮੂਏਲ ਨੂੰ ਭੇਜਿਆ ਔਰ ਬਾਈਬਲ 'ਚ ਲਿਖਿਆ ਯੱਸੀ ਦੇ ਘਰ ਵਿੱਚ ਗਿਆ, ਦੱਸਿਆ ਕਿ ਵੱਖ-ਵੱਖ ਉਹਦੇ ਪੁੱਤਰਾਂ ਨੂੰ ਜਦ ਉਹਦੇ ਸਾਹਮਣੇ ਲੈ ਕੇ ਆਏ ਆ, ਔਰ ਬਾਈਬਲ 'ਚ ਲਿਖਿਆ ਕਿਸੇ ਤੇ ਆਵਾਜ਼ ਨਹੀਂ ਆਈ। ਔਰ ਉਸਨੇ ਪੁੱਛਿਆ ਕਿ ਤੇਰਾ ਕੋਈ ਹੋਰ ਵੀ ਪੁੱਤਰ ਹੈ? ਉਸਨੇ ਬੋਲਿਆ ਕਿ ਇੱਕ ਮੇਰਾ ਪੁੱਤਰ ਹੋਰ ਹੈ। ਬੋਲਿਆ ਕਿੱਥੇ? ਉਹਨੇ ਕਿਹਾ ਉਹ ਪੇਟ ਡਾਉਨ ਬੱਕਰੀਆਂ ਨੂੰ ਚਾਰ ਗਿਆ, ਉਹਨੂੰ ਬੁਲਾਇਆ। ਬਾਈਬਲ 'ਚ ਲਿਖਿਆ ਜਦ ਉਸ ਨੂੰ ਬੁਲਾਇਆ ਉਸੇ ਵਕਤ ਪਵਿੱਤਰ ਆਤਮਾ ਦੀ ਆਵਾਜ਼ ਆਈ ਕਿ ਇਹੋ ਹੀ ਉਹ ਬੰਦਾ ਜਿਹਨੂੰ ਮੇਰੇ ਵਾਸਤੇ ਮਸਾ ਕਰ। ਹੁਣ ਮੇਰੇ ਜੀ ਸਾਥੀਓ, 7 ਭਰਾਵਾਂ ਤੋਂ ਕਿਤੇ ਤੇ ਆਵਾਜ਼ ਨਹੀਂ, ਅਸੀਂ ਕਿੱਦਾਂ ਪਿੰਡ ਪੁੱਛਿਆ ਹੀ ਅਗਲੇ ਨੂੰ ਮਸਾ ਕਰ ਦਈਏ? ਮੈਨੂੰ ਦੱਸੋ, ਅਸੀਂ ਬਾਈਬਲ ਦੇ ਖਿਲਾਫ ਚੱਲ ਕੇ ਆਪ ਮਰਨਾ? ਉੜੇ ਦਾ ਸਾਨੂੰ ਪਤਾ ਨਹੀਂ ਹੈ ਤੇ ਜਾ ਕੇ ਨਹੀਂ ਸੇਵਕਾਈ ਕਰਨੀ ਹੈ। ਮੈਂ ਘਮੰਡ ਦੀ ਗੱਲ ਨਹੀਂ ਕਰ ਰਿਹਾ, ਮੈਨੂੰ ਇਹ ਨਾ ਕਿ ਉਹ ਮੈਂ ਘਮੰਡੀ ਹਾਂ, ਨਾ ਖੁਦਾ ਮੈਨੂੰ ਮਾਫ ਕਰੇ। ਔਰ ਮੈਂ ਕਿਸੇ ਨੂੰ ਨਹੀਂ ਕਹਿ ਰਿਹਾ, ਮੈਂ ਸਿਰਫ ਇਹ ਦੱਸਣਾ ਚਾਹੁੰਦਾ ਕਿ ਤੁਸੀਂ ਕਿਸੇ ਵੀ ਸੇਵਕ ਕੋ ਜਾਂਦੇ ਜੇ, ਤੁਹਾਨੂੰ ਸਿੱਖਣ ਦੀ ਲੋੜ ਆ, ਸਿੱਖੋ। ਜੇ ਸਿੱਖਿਆ ਨਹੀਂ ਤੇ ਸਿਖਾ ਨਹੀਂ ਸਕਦੇ। ਤੁਸੀਂ ਕੀ ਸੋਚਦੇ ਜਿਹਨੂੰ ਅੱਜ ਕੰਨ ਵਿੱਚ ਬੂਰ ਤੇ ਮੱਤੀ 18 ਦੀ 18 ਜੋ ਆਂਦਾ ਹੁਣ ਕੋਈ ਗੱਲ ਨਹੀਂ ਮੈਂ ਸੇਵਕ ਬਣ ਗਿਆ, ਉਹ ਸੇਵਕ ਆਪਣੀ ਮਰਜ਼ੀ ਦਾ ਜੀ। ਕਿਉਂਕਿ ਪਵਿੱਤਰ ਬਾਈਬਲ ਨੂੰ ਜਦੋਂ ਤੁਸੀਂ ਧਿਆਨ ਦੇ ਕੇ ਪੜੋਗੇ, ਤਿਮੋਥੀਉਸ ਦੇ ਵਿੱਚ ਲਿਖਿਆ ਕਿ ਨਵਾਂ ਚੇਲਾ ਨਾ ਹੋਵੇ ਕਿਤੇ ਫੁੱਲ ਕੇ ਸ਼ੈਤਾਨ ਦੇ ਪੰਜੇ ਹੇਠ ਨਾ ਜੇ। ਮੇਰੇ ਜੀ ਸਾਥੀਓ, ਜੇ ਤੁਸੀਂ ਆਪਣੀ ਮਰਜ਼ੀਆਂ ਕਰੋਗੇ ਇੱਕ ਦਿਨ ਫਸ ਜਾਓਗੇ। ਐਸੇ ਪਾਸਟਰ ਅਸੀਂ ਮਰਦੇ ਵੇਖੇ ਦੋਵਾਂ ਪਿਓ ਪੁੱਤਾਂ ਨੇ। ਸੁਲਤਾਨਵਿੰਡ ਦੇ ਵਿੱਚ ਮੈਨੂੰ ਬਹੁਤ, ਮੈਂ ਗਿਆ ਬੜੀ ਦਿਲ ਦੀ ਗੱਲ ਹੈ, ਉਸ ਜਗ੍ਹਾ ਤੇ ਮੈਨੂੰ ਕਿਸੇ ਨੇ ਦੱਸਿਆ ਕਿ ਪਾਸਟਰ ਕਿਸੇ ਘਰੋਂ ਚਿਰਾਗ ਚੁੱਕ ਕੇ ਗਿਆ, ਜਾਂਦਿਆਂ ਖੂਨ ਦੀ ਉਲਟੀ ਆਈ ਤੇ ਮੌਤ ਹੋ ਗਈ ਉਸੇ। ਮੇਰੇ ਜੀ ਸਾਥੀਓ, ਮਜ਼ਾਕ ਨਹੀਂ ਆ। ਅੱਜ ਲੋਕ ਸੋਚਦੇ ਬੜਾ ਸੌਖਾ ਕੰਮ ਆ, ਨਜ਼ਾਰੇ ਲੈਂਦੇ ਨੇ, ਟਾਈਆਂ ਲੱਗੀਆਂ ਗੱਡੀਆਂ ਜੋ ਨਿਕਲਦੇ, ਲੋਕ ਇਹਨਾਂ ਨਾਲ ਦੇਖਦੇ ਆ। ਟਾਈਆਂ ਨਾਲ ਵੇਖੋ, ਰਾਤ ਨੂੰ ਵੇਖੋ ਕੀ ਬੰਦਾ ਇੱਥੇ। ਸਭ ਲੋਕ ਸੁੱਤੇ ਹੁੰਦੇ ਆ, ਘਰਾੜੇ ਵੱਜਦੇ ਨੇ, ਕਾਂ ਉੱਡਦੇ ਨੇ ਲੋਕਾਂ ਦੇ, ਤੇ ਪ੍ਰਭੂ ਦੇ ਦਾਸ ਵਿਚਾਰੇ ਫੇਰ ਪ੍ਰਾਰਥਨਾ ਤੇ ਹੁੰਦੇ ਆ। ਸਵੇਰੇ ਉੱਠ ਕੇ ਬਾਈਬਲ ਪੜ੍ਹਨੇ ਹੁੰਦੇ, ਉਹ ਆਪਣੇ ਘਰ ਵਾਲਿਆਂ ਬੱਚਿਆਂ ਕੋਲ ਨਹੀਂ ਬੈਠ ਸਕਦੇ, ਸਮਾਂ ਨਹੀਂ ਉਹਨਾਂ ਕੋਲ। ਜਿਹੜਾ ਰੱਬ ਦਾ ਸੇਵਕ, ਮੈਂ ਤੁਹਾਨੂੰ ਪਹਿਲੇ ਕਿਹਾ, ਜੇ ਤੂੰ ਸੇਵਕ ਆ ਫਿਰ ਉਹਦੇ ਹੱਥ 'ਚ ਬਾਈਬਲ ਹੋਏਗੀ। ਜੋ ਸੇਵਕ ਆ ਤੂੰ ਪ੍ਰਾਰਥਨਾ ਤੇ ਹੋਏਗਾ, ਜੋ ਸੇਵਕ ਆ ਉਹ ਫਾਸਟਿੰਗ ਤੇ ਹੋਏਗਾ, ਜੋ ਸੇਵਕ ਆ ਤੂੰ ਸਿਰਫ ਪ੍ਰਭੂ ਦੇ ਹੀ ਕੰਮਾਂ ਤੇ ਹੋਏਗਾ। ਇਹ ਨਹੀਂ ਕੋਈ ਖੁਦਾ ਦੇ ਕੰਮ ਛੱਡ ਕੇ ਤੇ ਕਿਸੇ ਦੀ ਚੁਗਲੀ ਕਰਦਾ ਹੈਗਾ, ਜਾ ਕੇ ਪਾਸਟਰ ਦੇ ਖਿਲਾਫ ਬੋਲਦਾ ਹੈਗਾ। ਮੇਰੇ ਜੀ ਸਾਥੀਓ, ਮੇਰਾ ਵਚਨ ਪਾਉਣ ਦਾ ਇਹ ਮਤਲਬ ਹੀ ਕਿ ਅਸੀਂ ਮਸੀਹ ਵਿੱਚ ਆਣ ਕੇ ਕਿੰਨਾ ਸਾਡਾ ਸੁਭਾਅ ਚੇਂਜ ਹੋਇਆ। ਅਸੀਂ ਮਾਫ ਕਰਨਾ, ਸਾਨੂੰ ਕਿਸੇ ਦੇ ਖਿਲਾਫ ਬੋਲਣ ਦੀ ਲੋੜ ਨਹੀਂ, ਕਿਉਂਕਿ ਵੇਖੋ ਬਾਈਬਲ 'ਚ ਲਿਖਿਆ ਜੋ ਇਨਸਾਨ ਬੋਲਦਾ ਇੱਕ ਦਿਨ ਉਹੀ ਉਹਨੂੰ ਕੱਟਣਾ ਪੈਂਦਾ। ਜੇ ਅਸੀਂ ਬੀਜਿਆ ਗਲਤ ਹੈ ਤੇ ਕੱਟਣਾ ਵੀ ਗਲਤ ਹੈ। ਹੁਣ ਵੇਖੋ ਬਾਰ-ਬਾਰ ਸ਼ਾਉਲ ਸ਼ਮੂਏਲ ਨੂੰ ਮਾਰਨਾ ਚਾਹੁੰਦਾ ਹੈ, ਬਾਰ-ਬਾਰ ਮਾਰਨਾ ਚਾਹੁੰਦਾ ਹੈ, ਬਾਰ-ਬਾਰ ਮਾਰਨਾ ਚਾਹੁੰਦਾ ਹੈ, ਪਰ ਉਹ ਖੁਦਾ ਦਾ ਦਾਸ ਨੇ ਕੀ ਆਖਿਆ ਕਿ ਤੂੰ ਪਰਮੇਸ਼ਰ ਦਾ ਮਸਾ ਕੀਤਾ, ਮੈਂ ਤੇਰੇ ਤੇ ਹੱਥ ਨਹੀਂ ਚੁੱਕ ਸਕਦਾ। ਅੱਜ ਕਿੰਨੇ ਸੇਵਕ ਲੋਕੀ ਚੇਲੇ ਕੀ ਮੂੰਹ ਤੇ ਕਰ ਦਿੰਦੇ ਆ, ਤੈਨੂੰ ਮੈਂ ਇੱਕ ਜਾਣਦਾ। ਬੰਦਾ ਪੁੱਛੇ ਤੇ ਤੂੰ ਉਹਨੂੰ ਨਹੀਂ ਜਾਣਦਾ ਤੇ ਪ੍ਰਭੂ ਤੈਨੂੰ ਵੀ ਨਹੀਂ ਜਾਣਦਾ। ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਇੱਕ ਬੰਦਾ, ਇੱਕ ਆਦਮੀ ਹੈਕਲ ਦੇ ਵਿੱਚ ਜਾ ਕੇ ਪ੍ਰਾਰਥਨਾ ਕਰਨ ਦੇ ਵਾਸਤੇ ਜਾਂਦਾ। ਜਦੋਂ ਪ੍ਰਾਰਥਨਾ ਕਰਨ ਲੱਗਦਾ ਤੇ ਪ੍ਰਭੂ ਦੀ ਕੀ ਆਵਾਜ਼ ਹੁੰਦੀ ਹੈ? ਭੇਟ ਚੜਾਉਣ ਜਾਂਦਾ। ਪ੍ਰਭੂ ਕਹਿੰਦੇ ਜਾ ਪਹਿਲੇ ਆਪਣੇ ਭਾਈ ਦੇ ਨਾਲ ਸੁਲਾ ਕਰਕੇ ਆ। ਆਮੀਨ। ਮੈਂ ਤੁਹਾਨੂੰ ਆਪਣੇ ਸੁਭਾਅ ਦੀ ਗੱਲ ਦੱਸਦਾ ਕਿ ਅੱਜ ਸਾਡਾ ਸੁਭਾਅ ਕਿਹੋ ਜਿਹਾ ਚਾਹੀਦਾ। ਕਹਿੰਦਾ ਜਾ ਕੇ ਆਪਣੇ ਭਾਈ ਨਾਲ ਸੁਲਾ ਕਰਕੇ ਆ, ਫਿਰ ਤੇਰੀ ਭੇਟ ਮਨਜ਼ੂਰ ਹੋਣੀ ਹੈ। ਮੇਰੇ ਜੀ ਸਾਥੀਓ, ਭਜਨ ਸਹਾਇਤਾ 50 ਦੀ 16 ਤੋਂ ਸ਼ੁਰੂ ਕਰੋ, ਤੁਹਾਨੂੰ ਪਤਾ ਲੱਗੇਗਾ ਪਰਮੇਸ਼ਵਰ ਦਾ ਵਚਨ ਕੀ ਕਹਿੰਦਾ। ਮੈਂ ਜਿੰਨੇ ਵਚਨ ਤੁਹਾਨੂੰ ਬੋਲਦਾ ਆਪਣੀ ਡਾਇਰੀ ਪਕੜ ਕੇ ਨੋਟ ਕਰਿਆ ਕਰੋ, ਚੈੱਕ ਕਰਿਆ ਕਰੋ ਕਿ ਪਾਸਟਰ ਤੁੱਕੇ ਤੇ ਨਹੀਂ ਮਾਰਨ ਡਿਆ ਬੇਟਾ। ਬਾਈਬਲ ਨੀਚੇ ਆ ਔਰ ਮੂੰਹ ਜ਼ਬਾਨੀ, ਕਿਉਂਕਿ ਵੇਖੋ ਇੱਥੋਂ ਹੀ ਪਤਾ ਲੱਗਦਾ। ਬਾਈਬਲ 'ਚ ਲਿਖਿਆ ਤੁਹਾਡੀ
ਤੁਹਾਡੀ ਮਿਹਨਤ ਜਿਹੜੀ ਦੂਸਰਿਆਂ ਤੇ ਪ੍ਰਗਟ ਹੋਣੀ ਚਾਹੀਦੀ ਹੈ। ਅੱਜ ਮੈਂ ਲੋਕਡਾਊਨ ਦੇ ਵਿੱਚ ਜੇ ਘਰ ਵਿੱਚ ਰਹੇ ਆ ਤੇ ਖੁਦਾ ਨੇ ਸਾਨੂੰ ਬਲੈਸਡ ਕੀਤਾ, ਸਰੀਰ ਦੇ ਦੁਆਰਾ ਸਾਨੂੰ ਸਿਹਤ ਬੜੀਆ ਫਿੱਟ ਕਰਨ ਵਾਸਤੇ ਪ੍ਰਭੂ ਨੇ ਤਰੀਕੇ ਸਿਖਾਏ, ਖਾਣ ਔਰ ਪੀਣ ਦੇ ਤਰੀਕੇ ਸਿਖਾਏ, ਬੈਠਣ ਔਰ ਉੱਠਣ ਦੇ ਤਰੀਕੇ ਸਿਖਾਏ। ਸਾਰੀ ਖੁਦ ਦੀ ਕਿਰਪਾ ਵਾ ਮੇਰੇ ਜੀ ਸਾਥੀਓ। ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਪਰਮੇਸ਼ਵਰ ਦੇ ਵਿੱਚ ਨਵੇਂ ਸੁਭਾਅ ਦੇ ਬਣੋ, ਲੋਕਾਂ ਦੇ ਮਗਰ ਲੱਗਣਾ ਬੰਦ ਕਰੋ। ਲੋਕ ਬੜਾ ਕੁਝ ਕਹਿੰਦੇ ਨੇ ਕਿਉਂਕਿ ਲੋਕ ਨਹੀਂ ਜਾਣਦੇ। ਇਹ ਲੋਕ ਹੀ ਸਭ ਤੋਂ ਵੱਡਾ ਰੋਗ ਹੈ। ਇਹ ਲੋਕ ਤੇ ਸਭ ਤੋਂ ਵੱਡਾ ਰੋਗ। ਕਿਹਨੇ ਤੁਹਾਡੀ ਇੱਧਰ ਨੂੰ ਲੱਤ ਖਿੱਚਣੀ ਆ, ਕਿਹਨੇ ਇੱਧਰ ਖਿੱਚਣੀ ਆ, ਤੇ ਜਿੱਦਣ ਤੁਹਾਡੇ ਤੇ ਪੈ ਗਿਆ ਪੰਗਾ ਉਦੋਂ ਸਾਰਿਆਂ ਭੱਜ ਜਾਣਾ ਜੀ। ਫੇਰ ਤੁਸੀਂ ਵੇਖਣਾ ਕਿ ਹੁਣ ਕੀ ਕਰੀਏ, ਕਿਉਂਕਿ ਪਾਸਟਰ ਨੂੰ ਪਹਿਲਾਂ ਛੱਡਿਆ ਨਾ, ਹੁਣ ਸੋਚਣਾ ਵੀ ਪਾਸਟਰ ਕੋ ਗਏ ਉਹ ਕਿਤੇ ਸਾਡੇ ਦੁਆਲੇ ਨਾ ਹੋਵੇ। ਪਰ ਮੇਰੇ ਜੀ ਸਾਥੀ ਐਸੀ ਨਹੀਂ, ਅਸੀਂ ਕਿਸੇ ਨੂੰ ਕੁਝ ਨਹੀਂ ਕਵਾਂਗੇ। ਅਸੀਂ ਸਾਨੂੰ ਕੀ ਲੋੜ ਹੈ, ਕਿਉਂਕਿ ਇਹ ਜਾੜੂ ਪੁੱਤਰ ਵੇਖੋ ਆਪਣੇ ਮਾਂ ਪਿਓ ਨਾਲ ਲੜਿਆ, ਹਿੱਸਾ ਲਿਆ, ਘਰੋਂ ਛੱਡਿਆ, ਦੋਸਤਾਂ ਜਾ ਕੇ ਗੁਲਚੜੇ ਉਡਾਤੇ, ਸਾਰਾ ਪੈਸਾ ਮਕਾਤਾ, ਜਨਾਨੀਆਂ ਦੇ ਡਾਤਾ, ਸਾਰਾ ਕੁਝ ਦੇਸ਼ ਵਿੱਚ ਗਾਲ ਪੈ ਗਿਆ ਤੇ ਬਾਈਬਲ 'ਚ ਲਿਖਿਆ ਭੁੱਖਾ ਮਰ ਲੱਗਾ ਤੇ ਬਾਅਦ 'ਚ ਫੇਰ ਮੁੜ ਆਇਆ। ਸੂਰਾਂ ਦੀ ਜਾ ਕੇ ਨੌਕਰੀ ਕਰਦਾ, ਨੌਕਰੀਆਂ ਪੁੱਛਦਾ ਫਿਰਦਾ। ਉਸ ਤੋਂ ਬਾਅਦ ਦੱਸਿਆ ਕਿ ਜਦ ਉਹਨੇ ਫੇਰ ਸੋਚਿਆ ਕਿ ਮੇਰੇ ਪਿਤਾ ਦੇ ਘਰ 'ਚ ਇੰਨੇ ਨੌਕਰ ਹੈ ਤੇ ਮੈਂ ਇੱਥੇ ਮਰਨ ਡਿਆ ਭੁੱਖਾ, ਬੁਰਾ ਹਾਲ ਮੇਰਾ। ਇਹ ਉਹੀ ਲੋਕ ਆ ਜਿਹੜੇ ਛੱਡ ਕੇ ਚਲੇ ਗਏ ਆ ਔਰ ਮੋਸਟ ਵੈਲਕਮ ਆ। ਜਦ ਮਰਜ਼ੀ ਆ ਜਾਓ, ਸਾਨੂੰ ਕੋਈ ਇਤਰਾਜ਼ ਨਹੀਂ। ਜੇ ਮਸੀਹ 'ਚ ਨਵਾਂ ਸੁਭਾਅ ਬਣੋਗੇ ਤੇ ਤਾਂ ਆਓਗੇ। ਜੇ ਤੁਹਾਡੇ ਅੰਦਰ ਅੱਜ ਵੀ ਈਰਖਾ ਨਾ ਭਰਿਆ, ਗੁੱਸੇ ਨਾ ਭਰਿਆ ਵਾ, ਤੇ ਫਿਰ ਨਹੀਂ ਤੁਸੀਂ ਸਾਡੇ ਕੋਲ ਆ ਸਕਦੇ, ਤੇ ਨਾ ਸ਼ੈਤਾਨ ਨੇ ਤੁਹਾਨੂੰ ਨਹੀਂ ਦੇਣਾ ਜੀ। ਕਿਉਂਕਿ ਮੇਰੇ ਜੀ ਸਾਥੀਓ, ਅੱਜ ਉਹੀ ਬੰਦਾ ਬਰਕਤ ਲੈ ਸਕਦਾ ਜਿਹੜਾ ਆਪਣੇ ਆਪ ਨੂੰ ਨੀਵਾਂ ਕਰਦਾ, ਕਿਉਂਕਿ ਖੁਦ ਬਾਈਬਲ ਦਾ ਅਸੂਲ ਆ। ਜਦ ਮੈਂ ਅੱਜ ਤੁਹਾਡੇ ਨਾਲ ਇੱਕ ਵਚਨ ਸ਼ੇਅਰ ਕਰਾਂਗਾ ਕਿ ਉਹ 7 ਗੱਲਾਂ ਜਿਨ੍ਹਾਂ ਤੋਂ ਪ੍ਰਭੂ ਦਾ ਮਨ ਦੁਖੀ ਆ, ਜਿਨ੍ਹਾਂ ਤੋਂ ਪ੍ਰਭੂ ਦਾ ਮਨ ਘਿਣ ਕਰਦਾ। ਮੈਂ ਜਾ ਰਿਹਾ ਦੂਸਰੀ ਸਾਈਡ ਤੇ। ਨੀਤੀ ਵਚਨ ਜਦ ਅਸੀਂ ਪੜਾਂਗੇ ਕਹਾਵਤਾਂ ਦੇ ਵਿੱਚੋਂ, ਮੂਰਖ ਦੀਆਂ ਚਾਲਾਂ, ਮੂਰਖ ਦੀਆਂ ਚਾਲਾਂ ਜਦ ਤੁਸੀਂ ਪੜੋਗੇ ਬਾਈਬਲ ਦੇ ਵਿੱਚ, ਜਦੋਂ ਸੁਲੇਮਾਨ ਦੀਆਂ ਕਹਾਵਤਾਂ ਉਹਦਾ ਚੈਪਟਰ ਨੰਬਰ ਜਦੋਂ ਹੀ 6 ਖੋਲਾਂਗੇ, ਉੱਥੇ ਦੱਸਿਆ ਕਿ ਪ੍ਰਭੂ 7 ਗੱਲਾਂ ਤੋਂ ਘਿਣ ਕਰਦਾ। ਪਰ ਇਹ ਜਗ੍ਹਾ ਤੇ ਜਦ ਅਸੀਂ ਵਚਨ ਨੂੰ ਅੱਜ ਪੜਿਆ ਤੇ ਕੀ ਸਿੱਖਿਆ ਵਾ? ਪੂਰਨ ਅਧੀਨਗੀ, ਨਰਮਾਈ, ਧੀਰਜ, ਸੇਤ, ਪ੍ਰੇਮ। ਇੱਕ ਦੂਜੇ ਦੀ ਕੀ ਕਰ ਲਓ? ਸਹਿ ਲਓ। ਇੱਕੋ ਹੀ ਬਪਤਿਸਮਾ, ਇੱਕੋ ਹੀ ਪਰਮੇਸ਼ਵਰ ਆ, ਇੱਕੋ ਹੀ ਆਤਮਾ ਵਾ। ਮੇਰੇ ਜੀ ਸਾਥੀਓ, ਖੁਦਾ ਨੇ ਚਰਚ ਬਦਲਣੀ ਨਹੀਂ ਆਖਿਆ। ਪ੍ਰਭੂ ਨੇ ਕਿਹਾ ਕਿ ਆਪਣੇ ਆਪ ਨੂੰ ਬਦਲ। ਬਾਈਬਲ ਪੜ੍ਹ ਕੇ ਅੱਜ ਕਿੰਨੇ ਲੋਕ ਚਰਚਾਂ ਵਿੱਚ ਜਾ ਰਹੇ ਆ। ਬਾਈਬਲ 'ਚ ਲਿਖਿਆ ਜਿੱਥੇ 2 ਜਾਂ 3 ਮੇਰੇ ਨਾਂ 'ਚ ਇਕੱਠੇ ਹੋਣਗੇ ਉੱਥੇ ਮੈਂ ਹਾਜ਼ਰ ਆ। ਪ੍ਰਭੂ ਦੀ ਪ੍ਰੈਜ਼ੈਂਸ ਹੁਣ ਵੀ ਇਹ ਜਗ੍ਹਾ ਤੇ ਆ। ਜਿੱਥੇ ਤੁਸੀਂ ਖੁਦਾ ਦੀ ਬਾਣੀ ਨੂੰ ਖੋਲਦੇ ਜੇ, ਉੱਥੇ ਵਕਤ ਪਰਮੇਸ਼ਰ ਦੀ ਹਜ਼ੂਰੀ ਤੁਸੀਂ ਮਹਿਸੂਸ ਕਰੋਗੇ, ਪ੍ਰਭੂ ਦੇ ਸਪਰਸ਼ ਨੂੰ ਮਹਿਸੂਸ ਕਰੋਗੇ, ਪ੍ਰਭੂ ਦੀ ਅਨੈਂਟਿੰਗ ਨੂੰ ਮਹਿਸੂਸ ਕਰੋਗੇ, ਪ੍ਰਭੂ ਦਾ ਫੇਵਰ ਤੁਹਾਡੇ ਉੱਪਰ ਹੋਏਗਾ। ਅੱਜ ਇੰਨੀਆਂ ਗੱਲਾਂ ਤੁਸੀਂ ਸੁਣਦੇ ਜੇ, ਇਹ ਮੇਰੇ ਨਾਲ ਆਤਮਾ ਬੋਲਦਾ, ਮੈਨੀਆਂ ਗੱਲਾਂ। ਜਿਹੜੇ ਲੋਕ ਆਤਮਾਹਾਨ ਦੀ ਓਟ ਪੜ੍ਹਦੇ ਆ, ਪ੍ਰਭੂ ਜੀ ਕਹਿ ਰਹੇ ਕਿ ਲਗਾਤਾਰ बढ़ते जाओ। और प्रभु जी कह रहे कि मैं उन्होंने अपने पंखां दे हेठ छुपावांगे ਜਿਹੜੇ ਲੋਕ ਮੇਰੇ ਦਾਸ ਦੇ ਨਾਲ ਮਿਲ ਕੇ ਸੇਵਾ ਕਰਨਗੇ। ਆਮੀਨ। और प्रभु कह रहे कि ਜਿਹੜੇ ਲੋਕ ਸੇਵਕਾਈ ਵਾਸਤੇ ਚੁਣੇ ਗਏ ਉਹਨਾਂ ਦੀ ਵੀ ਆਵਾਜ਼ ਬਹੁਤ ਜਲਦ ਆਵੇਗੀ ਕੋ ਸੇਵਕਾਈ ਕਰਨ। ਪ੍ਰਭੂ ਕਹ ਰਹੇ ਕਿ ਜੇ ਸਾਨੂੰ ਸਿੱਖਣ ਦੀ ਲੋੜ ਆ, ਸਿਖਾਉਣ ਦੀ ਲੋੜ ਨਹੀਂ ਹੈ। ਮੇਰਾ ਦਾਸ ਵੀ ਪ੍ਰਭੂ ਜੀ ਕਹਿ ਰਹੇ ਕਿ ਸਿੱਖ ਰਿਹਾ ਵਾ, ਇਹ ਸਿਖਾ ਨਹੀਂ ਸਕਦਾ, ਇਹਨੂੰ ਖੁਦ ਸਿੱਖਣ ਦੀ ਲੋੜ ਹੈ। ਪ੍ਰਭੂ ਜੀ ਮੈਨੂੰ ਦੱਸ ਰਹੇ ਨੇ ਕਿ ਤੁਹਾਡੇ ਨਾਲ ਗੱਲ ਨਹੀਂ ਕਰ ਰਿਹਾ, ਇਹ ਆਪਣੇ ਆਪ ਨਾਲ ਗੱਲ ਕਰਦਾ ਵਾ ਕਿ ਉਹਨਾਂ ਵਿੱਚ ਮੈਂ ਵੀ ਇੱਕ ਹੈ ਜਿਹਨੂੰ ਸਿੱਖਣ ਦੀ ਲੋੜ ਹੈ। ਆਮੀਨ। ਔਰ ਕੋਈ ਵੀ ਆਪਣੇ ਮਨ 'ਚ ਨਾ ਸੋਚੇ ਕਿ ਸਾਨੂੰ ਦਬਕੇ ਮਾਰਦਾ। ਮੇਰੇ ਜੀ ਸਾਥੀਓ, ਅਸੀਂ ਕਿਸੇ ਨੂੰ ਦਬਕੇ ਨਹੀਂ ਮਾਰਦੇ, ਆਪਾਂ ਸਾਰੇ ਭੈਣ ਭਰਾ ਹਾਂ। ਔਰ ਅਸੀਂ ਨੰਬਰ ਤਰੀਕੇ ਦੇ ਨਾਲ ਹੀ ਆਪਣੇ ਆਪ ਨੂੰ ਚੇਂਜ ਕਰਨਾ। ਔਰ ਪ੍ਰਭੂ ਜੀ ਕਹਿ ਰਹੇ ਕਿ ਬੁੱਧਵਾਰ ਦੀ ਮੀਟਿੰਗ ਦਾ ਸਮਾਂ 10 ਤੋਂ 2 ਹੀ ਹੋਏਗਾ। ਜਦ ਵੀ ਪ੍ਰਭੂ ਜੀ ਕਹਿ ਰਹੇ ਕਿ ਮੀਟਿੰਗਾਂ ਸ਼ੁਰੂ ਹੋਣਗੀਆਂ ਆਨਲਾਈਨ, ਜੋ ਕੈਮਰਾ
ਅਸੀਂ ਲਗਾਵਾਂਗੇ। ਜੇ ਫਿਲਹਾਲ ਕੀ ਹੋ ਰਿਹਾ ਵਾ, ਸਾਰੀਆਂ ਸ਼ੌਪਾਂ ਬੰਦ ਆ। ਮੇਰਾ ਕੈਮਰਾ ਖਰਾਬ ਹੋ ਚੁੱਕਾ ਵਾ। ਕੈਮਰੇ ਖਰਾਬ ਹੋਣ ਦਾ ਕਾਰਨ ਮੈਨੂੰ ਪ੍ਰੋਬਲਮ ਆ ਰਹੀ ਆ। ਕੈਮਰੇ ਖਰਾਬ ਦੇ ਕਾਰਨ ਮੇਰੀ ਅੱਜ ਵਚਨ ਨਹੀਂ ਪਏ। ਜਦ ਦੁਪਹਿਰ ਦੇ ਸਮੇਂ ਬ੍ਰਦਰ ਰਾਜਨ ਵਰਸ਼ਿਪ ਕਰ ਰਹੀ, ਸਿਸਟਰ ਸ਼ਮਾ, ਤੋਂ ਉਸ ਤੋਂ ਬਾਅਦ ਕੈਮਰੇ ਦੇ ਸੈੱਲ ਖਤਮ ਹੋ ਜਾਂਦੇ, ਬਿਲਕੁਲ ਡਾਊਨ ਹੋ ਜਾਂਦਾ ਵਾ। ਹੁਣ ਦੁਕਾਨਾਂ ਖੁੱਲਣਗੀਆਂ ਔਰ ਕਿਸ ਤਰੀਕੇ ਦੇ ਨਾਲ ਇਸ ਕੈਮਰੇ ਦੀ ਰਿਪੇਅਰ ਹੋਏਗੀ। ਉਸ ਤੋਂ ਬਾਅਦ ਨਵੇਂ ਕੈਮਰੇ ਨੂੰ ਖੁਦਾ ਕਰਨ ਜਾ ਰਹੇ ਹੋ, ਪਰਮੇਸ਼ਵਰ ਕਰੇਗਾ। ਕਿਉਂਕਿ ਮੇਰੇ ਤੇ ਬਹੁਤ ਵੱਡਾ ਬੋਝ ਆ ਸੇਵਕਾਈ ਦਾ, ਕੈਮਰੇ ਦਾ, ਵੱਖ-ਵੱਖ ਤਰੀਕੇ ਦਾ। ਕਿਉਂਕਿ ਮੇਰੇ ਜੀ ਸਾਥੀਓ, ਜਿਹੜੇ ਬੰਦੇ ਦੇ ਜੀਵਨ 'ਚ ਸੇਵਕਾਈ ਦਾ ਬੋਝ ਨਹੀਂ ਆ, ਉਹ ਸੇਵਕਾਈ ਵੀ ਨਹੀਂ ਕਰ ਸਕਦਾ। ਆਮੀਨ। ਘਰ ਜਾਣ ਦਾ ਬੋਝ, ਵਿਜ਼ਿਟ ਦਾ ਬੋਝ, ਰਾਤ ਦੀ ਪ੍ਰੇਅਰ ਦਾ ਬੋਝ, ਬਾਈਬਲ ਪੜ੍ਹਨ ਦਾ ਬੋਝ, ਔਰ ਵੱਖ-ਵੱਖ ਸਤਾਓ ਵੇਖੋ ਜੀਵਨ 'ਚ ਜਦ ਆਉਂਦੇ ਨੇ। ਕਲੀਸਿਆ ਦਾ ਕੋਈ ਨਹੀਂ ਆ ਰਿਹਾ ਉਹਦਾ ਸਤਾਓ, ਕੋਈ ਫੋਨ ਨਹੀਂ ਕਰ ਰਿਹਾ ਉਹਦੀ ਚਿੰਤਾ, ਕਿਹਦੇ ਘਰ 'ਚ ਕੋਈ ਪ੍ਰੋਬਲਮ ਹੋ ਗਈ ਉਹਦੀ ਚਿੰਤਾ, ਕੋਈ ਗਵਾਚ ਗਿਆ ਉਹਦੀ ਚਿੰਤਾ, ਕੋਈ ਲੱਭ ਨਹੀਂ ਰਿਹਾ ਉਹਦੀ ਚਿੰਤਾ। ਕੀ ਕੁਛ ਆ, ਕਿੰਨੀ ਟੈਨਸ਼ਨ ਆ। ਸੇਵਕਾਈ ਬੜੀ ਔਖੀ ਮੇਰੇ ਜੀ ਸਾਥੀਓ। ਇਹ ਸੌਖਾ ਕੰਮ ਨਹੀਂ, ਇਹ ਤੁਹਾਨੂੰ ਸੌਖਾ ਲੱਗਦਾ। ਜਿਹੜੇ ਸੇਵਕ ਉਹਨਾਂ ਨੂੰ ਪੁੱਛ ਕੇ ਵੇਖੋ, ਰਾਤ ਦਿਨ ਉਹਨਾਂ ਨੂੰ ਨੀਂਦ ਨਹੀਂ ਆਉਂਦੀ। ਪਰ ਕਈ ਇਹੋ ਜਿਹੇ ਵੀ ਹੈਗੇ, ਉਹਨਾਂ ਸਭ ਕੁਝ ਛੱਡਿਆ ਵਾਂਦੇ ਕੋਈ ਨਹੀਂ, ਪ੍ਰਭੂ ਕਰੇਗਾ। ਪ੍ਰਭੂ ਨੇ ਤੁਹਾਨੂੰ ਦੱਸ ਦਿੱਤਾ, ਹੁਣ ਪ੍ਰਭੂ ਨੇ ਕੁਛ ਨਹੀਂ ਕਰਨਾ, ਸਭ ਕੁਝ ਤੁਹਾਨੂੰ ਕਰਨਾ ਪੈਣਾ। ਪ੍ਰਭੂ ਨੇ ਕਹਿਤਾ, ਬਾਈਬਲ ਦੇ ਵਿੱਚ ਲਿਖਤਾ, ਤੂੰ ਕਰ ਬਸ। ਬਾਈਬਲ ਦੇ ਵਿੱਚ ਲਿਖਿਆ, ਜਦੋਂ ਪਰਮੇਸ਼ਵਰ ਪ੍ਰਭੂ ਜੀ ਮੁਰਦਿਆਂ ਵਿੱਚੋਂ ਜੀ ਉੱਠੇ ਆ, ਦੱਸਿਆ ਕਿ ਪ੍ਰਭੂ ਨੇ ਜਦੋਂ ਆਪਣੇ ਚੇਲਿਆਂ ਨੂੰ ਆਖਿਆ ਕਿ ਤੁਸੀਂ ਸਰਬੱਤ ਕੌਮਾਂ ਵਿੱਚ ਪਿਤਾ, ਪੁੱਤਰ, ਪਵਿੱਤਰ ਆਤਮਾ ਦੇ ਨਾਮ ਵਿੱਚ ਉਹਨਾਂ ਨੂੰ ਬਪਤਿਸਮੇ ਦਿਓ, ਉਹਨਾਂ ਨੂੰ ਸਿਖਾਓ ਕਿ ਜਿਹੜੇ ਮੈਂ ਤੁਹਾਨੂੰ ਹੁਕਮ ਦੇਣਾ ਉਹਨਾਂ ਦੀ ਪਾਲਣਾ ਕਰਨ। ਆਮੀਨ। ਉੱਥੇ ਨਾਲ ਹੀ ਪ੍ਰਭੂ ਨੇ ਕਿਹਾ, ਕੀ ਆਖਿਆ ਕਿ ਮੈਂ ਜਗਤ ਦੇ ਅਖੀਰ ਤੱਕ, ਅੰਤ ਤੱਕ ਹਰ ਵਕਤ ਤੁਹਾਡੇ ਨਾਲ ਆ। ਉਹ ਹਰ ਵਕਤ ਸਾਡੇ ਨਾਲ ਆ। ਜਦ ਤੁਸੀਂ ਮਰਕਸ 16 ਦਾ ਪੂਰਾ ਚੈਪਟਰ ਪੜੋਗੇ, ਤੁਹਾਨੂੰ ਉਹ ਜਗ੍ਹਾ ਤੇ ਪਤਾ ਲੱਗੇਗਾ ਕਿ ਚੇਲਿਆਂ ਵੀ ਵਿਸ਼ਵਾਸ ਨਹੀਂ ਕੀਤਾ ਔਰ ਪਰਮੇਸ਼ਵਰ ਨੂੰ ਗੁੱਸਾ ਲੱਗਾ ਕਿ ਤੁਸੀਂ ਵਿਸ਼ਵਾਸ ਕਿਉਂ ਨਹੀਂ ਕੀਤਾ। ਮਰਕਸ 16 ਕੱਲ ਆਪਾਂ ਕੰਪਲੀਟ ਕਰਾਂਗੇ। ਕੱਲ ਦੀ ਵੀਡੀਓ ਦੇ ਵਿੱਚ ਮੈਂ ਮਰਕਸ 16 ਦਾ ਵਚਨ ਦਵਾਂਗਾ। ਕੱਲ ਮੇਰਾ ਵਚਨ ਜਿਹੜਾ ਨੀਚਾ ਤੇ ਹੋਏਗਾ ਔਰ ਸੁਭਾਅ ਦੇ ਲਗਾਤਾਰ ਮੈਂ ਚੱਲਾਂਗਾ, ਸੁਭਾਅ ਨੂੰ ਛੱਡਾਂਗਾ ਨਹੀਂ। ਕਿਉਂਕਿ ਜਦ ਤੱਕ ਲੋਕ ਬਦਲ ਨਹੀਂ ਜਾਣਗੇ, ਗਾਲਾਂ ਕੱਢਣੋਂ ਹਟਣਗੇ ਨਹੀਂ, ਮੋੜਾਂ ਤੋਂ ਖਲੋਣੋਂ ਹਟਣਗੇ ਨਹੀਂ, ਮੋਬਾਈਲ ਨੂੰ ਗਲਤ ਤਰੀਕੇ ਤੋਂ ਬੰਦ ਨਹੀਂ ਕਰਨਗੇ, ਤਾਂ ਮੈਂ ਲਗਾਤਾਰ ਬਾਈਬਲ ਦੇ ਵਚਨ ਪਾਵਾਂਗਾ। ਭਾਵੇਂ ਮੇਰੀ ਕਲੀਸਿਆ ਵੀ ਨਹੀਂ ਆ, ਮੈਂ ਉਹਨਾਂ ਦੇ ਵਾਸਤੇ ਵੀ ਇਹ ਬਾਈਬਲ ਦਾ ਵਚਨ ਪਾਵਾਂਗਾ। ਕਿਉਂਕਿ ਵੇਖੋ ਮੇਰੇ ਜੀ ਸਾਥੀਓ, ਬਾਈਬਲ ਦੀ ਪੂਰੀ ਤੁਹਾਨੂੰ ਪੜ੍ਹਨ ਦੀ ਲੋੜ ਨਹੀਂ। ਤੁਹਾਡੇ ਅੰਦਰ ਇੱਕ ਹੀ ਆਇਤ ਆ ਗਈ ਨਾ, ਇਹ ਕਹਿ ਨੇ ਪੜ੍ਹ ਕੇ ਤੁਹਾਡਾ ਜੀਵਨ ਬਿਲਕੁਲ ਚੇਂਜ ਕਰ ਦੇਣਾ। ਆਮੀਨ। ਔਰ ਜਿੰਨੇ ਲੋਕ ਮੈਨੂੰ ਦੇਖ ਰਹੇ, ਮੈਂ ਧੰਨਵਾਦ ਕਰਦਾ ਉਹਨਾਂ ਦਾ। ਔਰ ਪ੍ਰਭੂ ਕਹਿ ਰਿਹਾ ਕਿ ਮੇਰੇ ਦਾਸ ਦਾ ਮਨ ਖੁਸ਼ ਆ ਕਿ ਜਿਹੜੇ ਲੋਕ ਵਚਨ ਨੂੰ ਪੜ੍ਹਦੇ ਆ, ਸਮਝਦੇ ਆ, ਸਮਾਂ ਦਿੰਦੇ ਆ, ਉਹਨਾਂ ਦੇ ਨਾਲ ਮੇਰਾ ਦਾਸ ਬਹੁਤ ਪਿਆਰ ਕਰਦਾ। ਕਿਉਂਕਿ ਪ੍ਰਭੂ ਕਹਿ ਰਿਹਾ ਕਿ ਮੇਰਾ ਦਾਸ ਸਭ ਨੂੰ ਆਪਣੇ ਵਰਗਾ ਬਣਾਉਣਾ ਚਾਹੁੰਦਾ। ਕਿ ਜੇ ਮੈਂ ਦਿਲ ਔਰ ਦਿਮਾਗ ਦੇ ਵਿੱਚ ਸਿਰਫ ਇੱਕ ਹੀ ਚੀਜ਼ ਨੂੰ ਲੈ ਕੇ ਚੱਲਿਆ ਕਿ ਪਵਿੱਤਰ ਬਾਈਬਲ ਨੂੰ ਪੜ੍ਹੋ, ਆਉਣ ਵਾਲਾ ਸਮਾਂ ਪ੍ਰਭੂ ਜੀ ਕਹਿ ਰਹੇ ਕਿ ਤੁਸੀਂ ਬਹੁਤ ਬਦਲੋਗੇ ਦੂਜਿਆਂ ਲੋਕਾਂ ਨੂੰ। ਔਰ ਬਹੁਤ ਸਾਰੇ ਲੋਕ ਪ੍ਰਭੂ ਕਹਿ ਰਹੇ ਕਿ ਤੁਹਾਡੇ ਦੁਆਰਾ ਬਚਣਗੇ। ਔਰ ਪ੍ਰਭੂ ਜੀ ਕਹਿ ਰਹੇ ਕਿ ਬੰਦ ਰਸਤੇ ਖੁੱਲ ਰਹੇ ਆ, ਜਿਹੜੇ ਲੋਕ ਅੱਜ ਇਸ ਵਚਨ ਨੂੰ ਸੁਣ ਰਹੇ ਆ। ਆਮੀਨ। ਉਹਨਾਂ ਘਰਾਂ ਦੇ ਵਿੱਚ ਪ੍ਰਭੂ ਜੀ ਕਹਿ ਰਹੇ ਕਿ ਜੋ ਪ੍ਰੋਬਲਮ ਦਾ ਕਾਰਨ ਆ, ਉਹਦੀ ਘਾਟ ਪ੍ਰਭੂ ਜੀ ਕਹਿ ਰਹੇ ਕਿ ਜੀਵਤ ਵਚਨ ਹੀ ਆ। ਕਿ ਉਹਨਾਂ ਨੂੰ ਬੋਲਣ ਤੋਂ ਹੀ ਦੁਬਾਰਾ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ। ਬੋਲਣ ਤੋਂ ਹੀ ਉਹਨਾਂ ਦੇ ਘਰਾਂ ਦੇ ਵਿੱਚ ਦੁਬਾਰਾ ਮੁਸੀਬਤ ਆਉਂਦੀ ਹੈ। ਜਦ ਤੁਸੀਂ ਪਵਿੱਤਰ ਬਾਈਬਲ ਨੂੰ ਪੜ੍ਹ ਕੇ ਆਪਣੇ ਸੁਭਾਅ ਨੂੰ, ਆਪਣੇ ਕਰੈਕਟਰ ਨੂੰ, ਆਪਣੀ ਬਹਿਣੀ, ਆਪਣੀ ਖਲੋਣੀ, ਆਪਣੀ ਸੰਗਤੀ ਨੂੰ ਚੇਂਜ ਕਰੀ ਜਾਓਗੇ, ਪਾਪ ਨੂੰ ਛੱਡਦੇ ਜਾਓਗੇ ਤੇ ਆਸ਼ੀਸ਼ ਵਿੱਚ ਵੱਧਦੇ ਜਾਓਗੇ, ਤੁਸੀਂ ਫਿਰ ਦੇਖੋਗੇ ਕਿ ਮੇਰੇ ਲਾਈਫ ਕਿੰਨੀ ਚੇਂਜ ਹੋਈ ਆ। ਕਿਉਂਕਿ ਜੇ ਬਾਈਬਲ ਪੜੋਗੇ ਤੇ ਤੁਹਾਨੂੰ ਪਤਾ ਲੱਗਣਾ ਕਿ ਇਹ ਬੰਦਾ ਨੈਗੇਟਿਵ ਹੈ, ਇਹਦੇ ਨਾਲ ਮੈਂ ਨਹੀਂ ਬੈਠਣਾ, ਇਹ ਬੰਦਾ ਸਹੀ ਆ, ਇਹ ਬੰਦਾ ਗਲਤ ਆ, ਇਹ ਬੰਦਾ ਮੇਰੇ ਜੀਵਨ ਦੇ ਵਿੱਚ ਜਾਣਾ ਚਾਹੀਦਾ, ਇਹ ਬੰਦਾ ਮੇਰੇ ਜੀਵਨ 'ਚ ਆਉਣਾ ਚਾਹੀਦਾ, ਇਹ ਬੰਦੇ ਨੂੰ ਮੈਂ ਮਿਲਣਾ, ਇਸ ਬੰਦੇ ਨਾਲ ਮੈਂ ਲਿੰਕ ਰੱਖਣਾ, ਇਸ ਬੰਦੇ ਨੂੰ ਮੈਂ ਛੱਡਣਾ। ਆਮੀਨ। ਇਸ ਕਰਕੇ ਮੇਰੇ ਜੀ ਸਾਥੀਓ, ਅੱਜ ਦਾ ਮੇਰਾ ਇਹੀ ਵਚਨ ਸੀ ਕਿ ਆਪਣੇ ਸੁਭਾਅ ਵਿੱਚ ਨਵੇਂ ਬਣੋ। ਅੱਜ ਮੈਂ ਜਿਹੜੀਆਂ 7 ਗੱਲਾਂ ਜਿਨ੍ਹਾਂ ਤੋਂ ਪ੍ਰਭੂ ਜੀ ਨਫ਼ਰਤ ਕਰਦੇ ਆ,
ਉਹਨਾਂ ਤੇ ਥੋੜੀ ਆਪਾਂ ਗੌਰ ਕਰਾਂਗੇ। ਉਸ ਤੋਂ ਬਾਅਦ ਮੈਂ ਡੈਨੀਅਲ ਯੂਸਫ ਦਾ ਬਚਨ ਅੱਜ ਨਹੀਂ ਬੋਲਾਂਗਾ, ਸਮਾਂ ਘੱਟ ਹੈ, ਕਿਉਂਕਿ ਬਾਪ ਦੀ ਹਰ ਰੋਜ਼ ਆਵਾਜ਼ ਹੁੰਦੀ ਕਿ ਸਮੇਂ ਦੀ ਕਦਰ ਕਰੋ ਜੋ ਦਿਨ ਬੁਰੇ ਆ। ਆਮੀਨ। ਹਾਂ, ਮੇਰੇ ਨਾਲ ਖੋਲੋ ਸਭ ਨੀਤੀ ਵਚਨ ਸੁਲੇਮਾਨ ਦੀਆਂ ਕਹਾਵਤਾਂ। ਔਰ ਪ੍ਰਭੂ ਕਹ ਰਹੇ ਕਿ ਤਿਆਰ ਹੋ ਜੋ ਹਰ ਦਿਨ ਨਵੀਂ ਤੋਂ ਨਵੀਂ ਵੀਡੀਓ ਸੁਣਨ ਵਾਸਤੇ, ਜੋ ਮੇਰਾ ਦਾਸ ਦਾ ਮਨ ਪਰੇਸ਼ਾਨ ਕਰਨ ਵਾਲੇ ਲੋਕ ਔਰ ਪਰੇਸ਼ਾਨ ਕਰਨ ਵਾਲੀਆਂ ਦੁਸ਼ਟ ਆਤਮਾ, ਉਹ ਚਿੰਤਾਵਾਂ, ਉਹ ਬੋਝ ਜਾ ਰਹੇ ਨੇ। ਆਮੀਨ। ਸਭ ਕੋਲੋਂ ਮੇਰੇ ਨਾਲ ਸੁਲੇਮਾਨ ਦੀਆਂ ਕਹਾਵਤਾਂ ਉਹਦਾ 6 ਅਧਿਆਏ ਉਹਦੀ ਆਪਾਂ 16, 17, 19 ਤੱਕ ਅਸੀਂ ਪ੍ਰਭੂ ਦੇ ਵਚਨ ਨੂੰ ਪੜਾਂਗੇ। ਸਭ ਤੋਂ ਪਹਿਲਾਂ ਇਸ ਜਗ੍ਹਾ ਤੇ ਲਿਖਿਆ, ਮੈਂ ਫੇਰ ਤੋਂ ਬੋਲਾਂਗਾ, ਸੁਲੇਮਾਨ ਦੀਆਂ ਕਹਾਵਤਾਂ ਉਹਦਾ 6 ਅਧਿਆਏ ਉਹਦੀ 16, 17, 18 ਔਰ 19, ਇਹ ਮੈਂ 3-4 ਆਇਤਾਂ ਪੜਾਂਗਾ। ਸਭ ਤੋਂ ਪਹਿਲਾਂ ਵੇਖੋ ਬਾਈਬਲ ਦੇ ਵਿੱਚ ਕੀ ਲਿਖਿਆ ਕਿ 6 ਵਸਤਾਂ ਨਾਲ ਯਹੋਵਾ ਵੈਰ ਰੱਖਦਾ ਹੈ, ਸਗੋਂ 7 ਵਸਤਾਂ ਹਨ ਜਿਹੜੀਆਂ ਉਹਦੇ ਜੀ ਨੂੰ ਘਿਨਾਉਣੀਆਂ ਲੱਗਦੀਆਂ ਹਨ। ਆਮੀਨ। ਇੱਥੇ ਲਿਖਿਆ 6 ਵਸਤਾਂ ਦੇ ਨਾਲ ਯਹੋਵਾ ਕੀ ਰੱਖਦਾ? ਵੈਰ ਰੱਖਦਾ। ਅੱਜ ਵੇਖਣਾ ਉਹ 6 ਗੱਲਾਂ 7 ਗੱਲਾਂ ਜੇ ਸਾਡੇ ਅੰਦਰ ਹੈਗੀਆਂ ਵਾ ਤੇ ਅਸੀਂ ਪ੍ਰਭੂ ਦੇ ਵੈਰੀ ਬਣ ਚੁੱਕੇ ਹਾਂ। ਤੇ ਜੇ ਅੱਜ ਇਹ 7 ਗੱਲਾਂ ਨੂੰ ਆਪਣੇ ਜੀਵਨ ਚੋਂ ਕੱਢਦੇ ਆ, ਜੇ ਹੈ ਨਹੀਂ ਸਾਡੇ ਅੰਦਰ, ਤੇ ਫਿਰ ਪ੍ਰਭੂ ਸਾਡੇ ਨਾਲ ਪਿਆਰ ਕਰਦਾ। ਆਮੀਨ। ਇਹ ਮੇਰੇ ਜੀ ਸਾਥੀਓ ਰੀਅਲ ਭਗਤੀ, ਅਸੀਂ ਦੂਸਰੇ ਲੋਕਾਂ ਦੀ ਲਾਈਫ ਨੂੰ ਕਿੱਦਾਂ ਬਦਲ ਸਕਦੇ ਆ ਪਵਿੱਤਰ ਬਾਈਬਲ ਦੇ ਦੁਆਰਾ। ਜਿਵੇਂ ਜਿਵੇਂ ਤੁਸੀਂ ਬਾਈਬਲ ਦੀਆਂ ਗੱਲਾਂ ਨੂੰ ਮੰਨਦੇ ਜਾਓਗੇ, ਪਾਪ ਨੂੰ ਛੱਡਦੇ ਜਾਓਗੇ, ਗਲਤ ਚੀਜ਼ਾਂ ਨੂੰ ਛੱਡੀ ਜਾਓਗੇ, ਤੇ ਮੈਂ ਖੁਦਾ ਦਾ ਦਾਸ ਹੋਣ ਦੇ ਨਾਤੇ ਤੇ ਪ੍ਰੋਫੈਸੀ ਕਰਦਾ ਕਿ ਤੁਹਾਨੂੰ ਕੋਈ ਵੀ ਪਾਵਰ ਵਧਣ ਤੋਂ ਰੋਕ ਨਹੀਂ ਸਕਦੀ। ਕੋਈ ਜਾਦੂ ਟੋਣਾ ਤੁਹਾਡੇ ਲਾਗੇ ਕਰਦਾ, ਮੈਂ ਕਹਿੰਦਾ ਨਸ਼ਟ ਹੋ ਜਾਏਗਾ ਜਾਦੂ ਟੋਣਾ, ਕਿਉਂਕਿ ਪ੍ਰਭੂ ਹਮੇਸ਼ਾ ਇਨਸਾਨ ਦੇ ਕਰੈਕਟਰ ਨੂੰ ਹੀ ਪਿਆਰ ਕਰਦਾ। ਯੂਸਫ ਦੇ ਕਰੈਕਟਰ ਨੂੰ ਪਿਆਰ ਕਿਉਂ ਪ੍ਰਭੂ ਕਰਦਾ ਹੈ, ਮੈਂ ਅਗਲੀ ਸਾਈਡ ਤੇ ਪੜਾਂਗਾ, ਫਿਰ ਮੈਂ ਯੂਸਫ ਦੀ ਸਾਈਡ ਤੇ ਆਵਾਂਗਾ। ਆਮੀਨ। ਹੁਣ ਇੱਥੇ ਲਿਖਿਆ, ਗਾੜੀ ਲਿਖਿਆ ਪਹਿਲੇ ਨੰਬਰ ਤੇ, ਹੁਣ ਇਹਦੀ 17 ਆਇਤ ਕੀ ਲਿਖਿਆ ਕਿ ਉੱਚੀ ਅੱਖ। ਪਹਿਲੇ ਨੰਬਰ ਤੇ ਪ੍ਰਭੂ ਉੱਚੀ ਅੱਖ ਤੋਂ ਘਿਣ ਕਰਦਾ, ਵੈਰ ਰੱਖਦਾ। ਝੂਠੀ ਜੀਭ, ਕਿੰਨੇ ਲੋਕ ਅੱਜ ਜਿਹੜੇ ਆਪਣੇ ਜੀਭ ਤੋਂ ਝੂਠ ਮਾਰਦੇ ਆ, ਪਤਾ ਨਹੀਂ ਕਿਹੜੇ ਗੱਲ ਦਾ ਹੁੰਦਾ ਤੇ ਜਾਣ ਕੇ ਨਾ ਹਾਂ ਮੈਨੂੰ ਪਤਾ, ਝੂਠ ਹੀ ਬੋਲ ਦੇਣਾ। ਉੱਚੀ ਅੱਖ, ਜਿਹੜਾ ਉੱਚੀ ਅੱਖ ਰੱਖਦਾ, ਘਮੰਡ ਰੱਖਦਾ ਕਿ ਮੈਨੂੰ ਕਿਸੇ ਦੀ ਪਰਵਾਹ ਨਹੀਂ, ਮੈਂ ਕਿਸੇ ਨੂੰ ਕੀ ਜਾਣਦਾ, ਮੇਰੇ ਕੋਲ ਤਾਕਤ ਆ, ਮੇਰੇ ਕੋਲ ਬੰਦੇ ਆ, ਮੇਰੇ ਕੋਲ ਪਾਵਰ ਆ, ਮੇਰੇ ਕੋਲ ਪੈਸਾ ਵਾ। ਪ੍ਰਭੂ ਜੀ ਕੀ ਕਹਿ ਰਹੇ ਨੇ? ਪ੍ਰਭੂ ਕਹਿ ਰਹੇ ਕਿ ਉੱਚੀ ਅੱਖ ਤੋਂ ਪਰਮੇਸ਼ਰ ਕੀ ਕਰਦਾ? ਘਿਣ ਕਰਦਾ। ਝੂਠੀ ਜੀਭ ਤੋਂ ਪਰਮੇਸ਼ਵਰ ਘਿਣ ਕਰਦਾ। ਅਤੇ ਜਿਹੜਾ ਬੇਦੋਸ਼ੇ ਦਾ ਖੂਨ ਬਹਾਉਂਦਾ, ਬੇਦੋਸ਼ਾ ਮੰਨ ਲਓ ਅੱਜ ਕਿੰਨੇ ਲੋਕ ਜਿਹੜੇ ਵਿਚਾਰੇ ਜਾਣਦੇ ਨਹੀਂ, ਉਹਨਾਂ ਦੇ ਖੂਨ ਬਹਾ ਦਿੰਦੇ ਆ, ਇਹਨਾਂ ਤੋਂ ਵੀ ਪ੍ਰਭੂ ਦਾ ਮਨ ਦੁਖੀ ਹੁੰਦਾ ਔਰ ਨਫ਼ਰਤ ਖੁਦਾ ਨੂੰ। ਉੱਥੇ ਲਿਖਿਆ ਬੇਦੋਸ਼ੇ ਦਾ ਖੂਨ ਕਰਨ ਵਾਲੇ ਹੱਥਾਂ ਤੋਂ। ਗੱਡ ਲਿਖਿਆ ਉਹ ਮਨ ਜਿਹੜਾ ਖੋਟੀਆਂ ਜੁਗਤਾਂ ਕਰਦਾ, ਉਹ ਮਨ ਜਿਹੜਾ ਦੱਸਿਆ ਕਿ ਜਿਹੜਾ ਖੋਟੀਆਂ ਜੁਗਤਾਂ ਕੀ ਆ, ਖੋਟੀਆਂ ਜੁਗਤਾਂ ਆਪਣੇ ਤਰੀਕੇ ਦੇ ਨਾਲ ਚੱਲ ਰਿਹਾ, ਖੋਟੀਆਂ ਜੁਗਤਾਂ ਕਰਨ ਵਾਲੇ ਤੋਂ ਪਰਮੇਸ਼ਰ ਦਾ ਮਨ ਘਿਣ ਕਰਦਾ। ਗਾੜੀ ਦੱਸਿਆ ਕਿ ਉਹ ਪੈਰ ਜਿਹੜੇ ਬੁਰਾਈ ਕਰਨ ਨੂੰ ਫੁਰਤੀ ਨਾਲ ਭੱਜਦੇ। ਅੱਜ ਕਿੰਨੇ ਲੋਕ ਜਿਹੜੇ ਬੁਰੇ ਕੰਮ ਕਰਨ ਲਈ ਫੁਰਤੀ ਮਾਰਦੇ, ਕਿੰਨੀ ਫੁਰਤੀ ਦੇ ਵਿੱਚ ਕਰਦੇ ਕੰਮ ਮਾੜਾ, ਪਰ ਪ੍ਰਭੂ ਕਹਿੰਦਾ ਕਿ ਮੇਰਾ ਜੀ ਮੇਰੀ ਇਹਨਾਂ ਗੱਲਾਂ ਤੋਂ ਪ੍ਰਭੂ ਵੈਰ ਰੱਖਦਾ। ਫੁਰਤੀ ਨਾਲ ਲੜਨਾ, ਮਿੰਟੋ ਮਿੰਟ ਬੰਦੇ ਇਕੱਠੇ ਕਰਨੇ, ਪਿਸਟਲ ਫੜਨਾ, ਗੋਲੀਆਂ ਮਾਰ ਦੇਣੀਆਂ, ਲੜਾਈ ਝਗੜੇ ਕਰਨੇ, ਗਲਤ ਕੰਮ ਕਰਨਾ, ਜਨਾਨੀ ਨੂੰ ਗਲਤ ਥਾਂ ਤੇ ਖੜਨਾ, ਉਹਦੇ ਨਾਲ ਗਲਤ ਕੰਮ ਕਰਨਾ, ਮਿੰਟੋ ਮਿੰਟ ਬੁਰੇ ਕੰਮ ਵਾਰੀ ਕੀ ਕਰਦੇ ਆ, ਫੁਰਤੀ ਮਾਰਦੇ ਆ। ਇਹ ਗੱਲਾਂ ਜਿਹੜੀਆਂ ਪ੍ਰਭੂ ਦੇ ਦਿਲ ਨੂੰ ਘਿਨਾਉਣੀਆਂ ਲੱਗਦੀਆਂ। ਉਸ ਤੋਂ ਗਾੜੀ ਝੂਠਾ ਗਵਾਹ, ਜਿਹੜਾ ਝੂਠ ਮਾਰਦਾ ਅਤੇ ਭਾਈਆਂ ਵਿੱਚ ਝਗੜਾ ਪਾਉਂਦਾ। ਪਹਿਲੇ ਨੰਬਰ ਤੇ ਝੂਠਾ ਗਵਾਹ, ਜਿਹੜੀ ਝੂਠੀ ਗਵਾਹੀ ਦਿੰਦਾ, ਠੀਕ ਹੈ, ਅਤੇ ਝੂਠ ਮਾਰਦਾ, ਤੇ ਜਿਹੜਾ ਭਾਈਆਂ ਵਿੱਚ ਝਗੜਾ ਕੀ ਕਰਦਾ। ਅੱਜ ਕਿੰਨੇ ਲੋਕ ਹੈ ਜਿਨ੍ਹਾਂ ਦੀ ਆਪਸ ਵਿੱਚ ਬਣੀ ਹੁੰਦੀ ਆ, ਪਰ ਇੱਕ ਚੁਗਲੀ ਜਾ ਕੇ ਜਦੋਂ ਤੁਸੀਂ ਭਾਈਆਂ 'ਚ ਮਾਰ ਦੋਗੇ ਤੇ ਉਹਨਾਂ ਦੇ ਵਿੱਚ ਝਗੜਾ ਕੀ ਹੋ ਜਾਏਗਾ। ਇਹ 7 ਗੱਲਾਂ ਜਿਨ੍ਹਾਂ ਤੋਂ ਯਹੋਵਾ ਦਾ ਮਨ ਘਿਣ ਕਰਦਾ। ਮੇਰੇ ਜੀ ਸਾਥੀਓ, ਇਹਨੂੰ ਘਰ ਜਾ ਕੇ ਚੰਗੀ ਤਰ੍ਹਾਂ ਸਟੱਡੀ ਕਰੋ, ਆਪਣੀਆਂ ਡਾਇਰੀਆਂ ਰੱਖੋ, ਕਾਪੀ ਰੱਖੋ, ਉਹਦੇ ਉੱਪਰ ਲਿਖੋ ਸਾਰੀਆਂ ਗੱਲਾਂ। ਤੁਹਾਨੂੰ ਬਾਰ-ਬਾਰ ਇਹ ਗੱਲਾਂ ਯਾਦ ਰਹਿਣਗੀਆਂ ਕਿ ਵਾਕਈ ਕੀ ਕਰਨਾ। ਔਰ ਮੈਂ ਤੁਹਾਨੂੰ ਬਾਰ-ਬਾਰ ਵੇਖੋ ਇਹੋ ਦੱਸਣਾ ਚਾਹੁੰਦਾ
ਕਿਸੇ ਵੀ ਅਸੀਂ ਦਾਸ ਨੂੰ ਮਾੜਾ ਨਹੀਂ ਕਹਿਣਾ। ਉਹ ਦਾਸ ਨੂੰ ਜੇ ਪਰਖਣਾ ਤੇ ਪਵਿੱਤਰ ਬਾਈਬਲ ਦੁਆਰਾ ਪਰਖੋ ਕਿ ਸਾਨੂੰ ਸਹੀ ਸਿੱਖਿਆ ਦੇ ਰਿਹਾ, ਤਾਲੀਮ ਸਹੀ ਮਿਲ ਰਹੀ ਹੈ। ਤੇ ਜੇ ਮੇਰੇ ਜੀ ਸਾਥੀ ਤੁਸੀਂ ਤਾਲੀਮ ਤੁਹਾਡੇ ਅੰਦਰ ਆਊਟ ਚੱਲ ਰਹੀ ਹੈ, ਫਿਰ ਤੁਸੀਂ ਪ੍ਰੋਬਲਮ ਵਿੱਚ ਆ ਚੁੱਕੇ ਜੀ। ਪਾਸਟਰ ਨੂੰ ਬਦਲਣਾ ਕੁਛ ਨਹੀਂ ਹੋਣਾ। ਮੈਂ ਤੁਹਾਨੂੰ ਬਾਰ-ਬਾਰ ਇਹੀ ਕਹਿਣਾ, ਮੈਂ ਇਹ ਨਹੀਂ ਕਹਿੰਦਾ ਤੁਸੀਂ ਮੰਨ ਲਓ ਮੇਰੇ ਚਰਚ ਰਹੋ, ਕਿਸੇ ਵੀ ਚਰਚ ਵਿੱਚ ਜਾਓ, ਤੁਹਾਨੂੰ ਮਿਹਨਤ ਆਪ ਕਰਨੀ ਪੈਣੀ ਹੈ। ਤੁਹਾਨੂੰ ਜੀਭ ਤੇ ਕਾਬੂ ਕਰਨਾ ਪੈਣਾ, ਤੁਹਾਨੂੰ ਆਪਣੇ ਆਪ ਤੇ ਕਾਬੂ ਕਰਨਾ ਪੈਣਾ, ਆਪਣੀ ਬੋਡੀ ਤੇ ਤੁਹਾਨੂੰ ਕਾਬੂ ਕਰਨਾ ਪੈਣਾ, ਆਪਣੇ ਮੂੰਹ ਤੇ ਤੁਹਾਨੂੰ ਕਾਬੂ ਕਰਨਾ ਪੈਣਾ, ਆਪਣੀ ਅੱਖਾਂ ਤੇ ਤੁਹਾਨੂੰ ਕਾਬੂ ਕਰਨਾ ਪੈਣਾ, ਆਪਣੇ ਕੰਨਾਂ ਤੇ ਤੁਹਾਨੂੰ ਕਾਬੂ ਕਰਨਾ ਪੈਣਾ, ਆਪਣੇ ਗਲਤ ਖਿਆਲਾਂ ਤੇ ਤੁਹਾਨੂੰ ਹੀ ਕਬਜ਼ਾ, ਆਪਣੀ ਦੇਹੀ ਤੇ ਤੁਹਾਨੂੰ ਹੀ ਕਬਜ਼ਾ ਕਰਨਾ ਪੈਣਾ। ਸੇਵਕ ਦਾ ਕੰਮ ਦੱਸ ਦੇਣਾ, ਸੇਵਕ ਬਾਰ-ਬਾਰ ਤੁਹਾਡੇ ਨਾਲ ਹੀ ਰਹੇਗਾ। ਹੁਣ ਬਾਈਬਲ ਦੇ ਵਿੱਚ ਲਿਖਿਆ ਉਤਪਤ ਕਿਤਾਬ, ਜਦੋਂ ਤੁਸੀਂ ਉਤਪਤ 3 ਅਧਿਆਇ ਪੜ੍ਹਦੇ ਜੀ, ਪ੍ਰਭੂ ਨੇ ਹਵਾ ਨੂੰ ਕੀ ਕਿਹਾ ਸੀ, ਇਹਨਾਂ ਦੋਨਾਂ ਨੂੰ, ਆਦਮ ਤੇ ਹਵਾ ਨੂੰ, ਕਿ ਜੇ ਤੁਸੀਂ ਇਹ ਫਲ ਖਾਓਗੇ ਤੇ ਮਰ ਜਾਓਗੇ, ਹੱਥ ਵੀ ਲਾਓਗੇ ਤੇ ਮਰ ਜਾਓਗੇ। ਕਿਉਂਕਿ ਬਾਈਬਲ 'ਚ ਲਿਖਿਆ ਪ੍ਰਭੂ ਨੇ ਇੱਕ ਵਾਰ ਉਹਨਾਂ ਨੂੰ ਦੱਸ ਦਿੱਤਾ ਸੀ, ਪ੍ਰਭੂ ਦੁਬਾਰਾ ਆਵਾਜ਼ ਨਹੀਂ ਦੇਵੇਗਾ ਤੁਹਾਨੂੰ। ਤੁਸੀਂ ਕੀ ਸੋਚੋਗੇ ਖੁਦਾ ਬਾਰ-ਬਾਰ ਆਵਾਜ਼ ਦੇਗਾ ਕਿ ਕਿਉਂ ਕਰਨਿਆ? ਪ੍ਰਭੂ ਕਦੀ ਆਵਾਜ਼ ਨਹੀਂ ਦੇਗਾ, ਕਿਉਂਕਿ ਪਰਮੇਸ਼ਰ ਦਾ ਕੰਮ ਤੁਹਾਨੂੰ ਪਵਿੱਤਰ ਬਾਈਬਲ ਦੇਤੀ ਹੈ। ਪ੍ਰਭੂ ਨੇ ਤੁਹਾਨੂੰ ਬੋਲਤਾ, ਹੁਣ ਪ੍ਰਭੂ ਨਹੀਂ ਬੋਲੇਗਾ। ਹੁਣ ਤੁਹਾਨੂੰ ਬਾਈਬਲ ਪੜ੍ਹ ਕੇ ਆਪ ਉਸ ਤਰੀਕੇ ਦੇ ਨਾਲ ਚੱਲਣਾ ਪਵੇਗਾ। ਆਮੀਨ। ਹੁਣ ਇੱਥੇ ਲਿਖਿਆ 7 ਵਸਤਾਂ ਜਿਨ੍ਹਾਂ ਤੋਂ ਯਹੋਵਾ ਘਿਣ ਕਰਦਾ। ਇਸ ਕਰਕੇ ਅੱਜ ਦਾ ਮੇਰਾ ਇਹੀ ਟਾਈਟਲ ਆ, ਬੜੇ ਹੋਰ ਵਚਨ ਆ, ਪਰ ਕੱਲ ਮੈਂ ਫੇਰ ਆਵਾਂਗਾ ਤੁਹਾਡੇ ਨਾਲ, ਸ਼ੇਅਰ ਕਰਾਂਗਾ। ਔਰ ਮੇਰੇ ਜੀ ਸਾਥੀ ਜਿੰਨੇ ਮੈਨੂੰ ਦੇਖਦੇ ਰੋਜ਼, ਕਮੈਂਟ ਲਾਈਕ ਕਰੋ, ਕਮੈਂਟ ਕਰਿਆ ਕਰੋ, ਲਾਈਕ ਕਰਿਆ ਕਰੋ। ਔਰ ਬਹੁਤ ਸਾਰੇ ਲੋਕ ਵੇਖਦੇ ਜਿਨ੍ਹਾਂ ਨੂੰ ਕਮੈਂਟ ਮੇਰੇ ਹਿਸਾਬ ਨਾਲ ਲਿਖਣੇ ਨਹੀਂ ਆਉਂਦੇ। ਕਮੈਂਟ ਕਰੋ, ਲਾਈਕ ਕਰੋ। ਜਿਹੜੇ ਲੋਕ ਫੋਨ ਨਹੀਂ ਕਰਦੇ ਉਹਨੂੰ ਪੁੱਛੋ ਵੀਡੀਓ ਵੇਖਣੀਆਂ 10 ਦੀ ਸ਼ੁਰੂ ਕਰੋ। ਵੇਖੋ ਇਹ ਵਚਨ ਮੈਂ ਤੁਹਾਡੇ ਲਈ ਤਿਆਰ ਕਰਦਾ, ਇਹ ਮੇਰੀ ਮਿਹਨਤ ਜਿਹੜੀ ਤੁਸੀਂ ਵੇਖ ਰਹੇ ਨੇ। ਅੱਜ ਮੈਂ ਮਿਹਨਤ ਕਰਦਾ, ਮੇਰੀ ਮਿਹਨਤ ਦਾ ਫਲ ਮੈਨੂੰ ਪ੍ਰਭੂ ਨੇ ਦੇਣਾ। ਬਾਈਬਲ 'ਚ ਲਿਖਿਆ, ਪਲੂਸ ਲਿਖਦਾ, ਤੁਸੀਂ ਮੇਰੀ ਖੇਤੀ ਤੇ ਤੁਸੀਂ ਮੇਰਾ ਭਵਨ ਜੀ। ਮੇਰੀ ਕਲੀਸਿਆ ਮੇਰੀ ਖੇਤੀ ਤੇ ਮੇਰਾ ਭਵਨ ਆ। ਹੁਣ ਕਿਸਾਨ ਜਦੋਂ ਪੈਲੀ ਦੇ ਬਿੰਨੇ ਗੇੜਾ ਮਾਰਦਾ, ਉਹ ਫਸਲ ਨਹੀਂ ਕੱਟਦਾ, ਉਹ ਵੇਖਣ ਜਾਂਦਾ ਕਿ ਇੱਕ ਦਿਨ ਮੈਂ ਉਸ ਤੋਂ ਜਗ੍ਹਾ ਤੋਂ ਫਸਲ ਕੱਟਣੀ ਹੈ। ਹੁਣ ਮੇਰੇ ਜੀ ਸਾਥੀਓ, ਮੈਂ ਆ ਰਿਹਾ ਘਰਾਂ ਦੇ ਵਿੱਚ, ਔਰ ਬਹੁਤ ਸਖਤਾਈ ਦਾ ਕਾਰਨ ਮੈਂ ਨਹੀਂ ਜਾ ਰਿਹਾ, ਕਿਉਂਕਿ ਵੇਖੋ ਰੋਮੀਆਂ 13 ਦਾ ਵਿੱਚ ਲਿਖਿਆ, ਹਰ ਹਕੂਮਤਾਂ ਜਿਹੜੀਆਂ ਖੁਦਾ ਵੱਲੋਂ ਠਹਿਰਾਈਆਂ, ਜਿਹੜਾ ਹਕੂਮਤ ਦਾ ਸਾਹਮਣਾ ਕਰਦਾ ਪ੍ਰਭੂ ਦੇ ਇੰਤਜ਼ਾਮ ਦਾ ਸਾਹਮਣਾ ਕਰਦਾ। ਆਮੀਨ। ਔਰ ਪ੍ਰਭੂ ਤੁਹਾਨੂੰ ਬਲੈਸ ਕਰੇ। ਆਪਣੇ ਦਾਸ ਨੂੰ ਦੁਆਵਾਂ ਵਿੱਚ ਯਾਦ ਰੱਖੋ, ਔਰ ਖਾਸ ਕਰਕੇ ਇਹਨਾਂ ਦਿਨਾਂ ਵਿੱਚ ਬਾਈਬਲ ਪੜ੍ਹ ਕੇ ਆਪਣੇ ਆਪ ਨੂੰ ਮਜ਼ਬੂਤ ਕਰੋ। ਇਹ ਨਹੀਂ ਕਿ ਤੁਹਾਡੀ ਪਹਿਲੋਂ ਤੋਂ ਵੀ ਪ੍ਰੇਅਰ ਜਾਂਦੀ ਰਹੇ, ਤੁਹਾਡੇ ਵਾਚੇ ਜਾਂਦੇ ਰਹਿਣ, ਤੁਹਾਡੀ ਬਾਈਬਲ ਵੀ ਜ਼ੀਰੋ ਹੋ ਜੇ, ਤੁਹਾਡਾ ਲੈਵਲ ਜ਼ੀਰੋ ਹੋ ਜੇ, ਤੇ ਫਿਰ ਤੁਸੀਂ ਮੁਸੀਬਤ 'ਚ ਆ ਜਾਣਾ ਜੇ। ਬਿਮਾਰੀ ਦਾ ਸਿਰਫ ਉਸੇ ਬੰਦੇ ਨੂੰ ਡਰ ਨਹੀਂ ਹੈ ਜਿਹੜਾ ਬੰਦਾ ਸਮਾਂ ਗੁਜ਼ਾਰ ਰਿਹਾ, ਤੇ ਜਿਹੜਾ ਬੰਦਾ ਸਮਾਂ ਨਹੀਂ ਦੇ ਰਿਹਾ, ਤੇ ਮੇਰੇ ਜੀ ਸਾਥੀਓ, ਉਹਨੂੰ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਣਾ ਜੀ। ਇਹ ਚੇਤਾਵਨੀ ਨਹੀਂ ਹੈ, ਇਹਨੂੰ ਪਿਆਰ ਸਮਝਿਓ। ਮੈਂ ਪਿਆਰ ਨਾਲ ਬੋਲ ਰਿਹਾ ਤੁਹਾਨੂੰ, ਕਿਉਂਕਿ ਵੇਖੋ ਬਾਈਬਲ 'ਚ ਲਿਖਿਆ, ਦਿਆਲੂ ਤੇ ਕਿਰਪਾਲੂ, ਉਹ ਗੁੱਸੇ ਵਿੱਚ ਧੀਰਜ ਆ, ਉਹ ਮਾਫ ਕਰਨ ਵਾਲਾ ਪਰਮੇਸ਼ਰ ਆ। ਤੇ ਜੇ ਤੁਸੀਂ ਦੁਬਾਰਾ ਕਹੋਗੇ ਪ੍ਰਭੂ ਮਾਫ ਕਰਦਾ, ਗਲਤੀ ਕਰੀ ਜੀ, ਫਿਰ ਪ੍ਰਭੂ ਮਾਫ ਕਰੇਗਾ। ਆਮੀਨ। ਔਰ ਖੁਦਾ ਤੁਹਾਨੂੰ ਬਲੈਸ ਕਰੇ। ਅੱਜ ਦੇ ਵਚਨ ਦੁਆਰਾ, ਇਹ ਸਾਰੇ ਵਚਨ ਆਪਣੇ ਘਰਾਂ ਵਿੱਚ ਬੈਠ ਕੇ ਤੁਸੀਂ ਪੜ੍ਹਨੇ ਆ, ਲਗਾਤਾਰ ਕੰਨ ਵਿੱਚ ਪੂਰ, ਲਗਾਤਾਰ ਕਨਫੈਸ ਦੇ ਵਚਨ, 51 ਭਜਨ ਸਹਿਤਾ, 86 ਭਜਨ ਸਹਿਤਾ, ਔਰ ਜਿਨ੍ਹਾਂ ਕੋ ਕਰਨੀ ਹੈ ਭਜਨ ਸਹਿਤਾ 13 ਪੜ੍ਹਨਾ ਸ਼ੁਰੂ ਕਰੋ, 113। ਔਰ ਇਹ ਸਾਰੇ ਖੁਦਾ ਦੀਆਂ ਬਾਣੀਆਂ ਜੋ ਤੁਸੀਂ ਲਗਾਤਾਰ ਪੜੋਗੇ, ਖੁਦਾ ਤੁਹਾਨੂੰ ਬਲੈਸ ਕਰੇਗਾ। ਸਭ ਅਸੀਂ ਆਨਲਾਈਨ ਪ੍ਰੇਅਰ ਕਰਾਂਗੇ। ਪ੍ਰਭੂ ਦਾ ਆਤਮਾ ਤੁਹਾਨੂੰ ਛੂਵੇ। ਮੈਂ ਪ੍ਰੇਅਰ ਕਰਨ ਵਾਸਤੇ ਜਾ ਰਿਹਾ। ਪ੍ਰੇਸ ਲਾਰਡ, ਧੰਨਵਾਦ ਕਰਦੇ ਖੁਦਾਵੰਦ, ਤੁਹਾਡੀ ਤਾਰੀਫ ਕਰਦੇ ਹੋਲੀ ਗੋਸਟ ਪਿਤਾ, ਤੁਹਾਡਾ ਧੰਨਵਾਦ ਕਰਦੇ। ਮੇਰੇ ਸਾਮਰਥੀ ਪਰਮੇਸ਼ਰ, ਮੈਂ ਤੁਹਾਡਾ ਧੰਨਵਾਦ ਕਰਦਾ, ਧੰਨਵਾਦ ਕਰਦੇ ਹੋਲੀ ਗੋਸਟ ਪਿਤਾ, ਧੰਨਵਾਦ ਕਰਦੇ। ਦਮਾ ਮਾਮਾ ਸਮਾ ਮਸਰੇ ਬਲਾ ਕਮਲਾ ਬਸਲਾ ਬਲਾ 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 ਕਮਲਾ ਬਸਰੀ ਬਿਨੀ ਕੇ ਬਲਬਾ। ਜਿਨ੍ਹਾਂ ਦੇ ਸਿਰ ਭਾਰੇ, ਪ੍ਰਭੂ ਯਿਸੂ ਮਸੀਹ ਦੇ ਨਾਮ ਤੇ ਚੰਗੇ ਹੋ ਜਾਓ। ਕੰਨਾਂ 'ਚ ਆਵਾਜ਼ਾਂ ਪੈਂਦੀਆਂ, ਮਰਨ ਦੇ ਖਿਆਲ ਆਉਂਦੇ, ਯਿਸੂ ਮਸੀਹ ਦੇ ਨਾਮ ਦੇ ਵਿੱਚ ਇਸ ਵਕਤ ਛੱਡ ਕੇ ਚਲੇ ਜਾਓ ਦੁਸ਼ਟ ਆਤਮਾ। ਮਨ ਦੀ ਘਬਰਾਹਟ ਜਾਏ, ਸ਼ੂਗਰ ਦੇ ਰੋਗੀ ਚੰਗੇ ਹੋ ਜਾਓ, ਬੀਪੀ ਦੇ ਰੋਗੀ ਚੰਗੇ ਹੋ ਜਾਓ, ਅੰਧਕਾਰ ਦੀਆਂ ਸ਼ਕਤੀਆਂ, ਜਾਦੂ ਟੋਣੇ ਦੀਆਂ ਸ਼ਕਤੀਆਂ ਫ੍ਰੀ ਹੋ ਜਾਓ ਯਿਸੂ ਮਸੀਹ ਦੇ ਨਾਮ ਦੇ ਵਿੱਚ। ਸ਼ਿਮਾ ਮਾਮਾ ਮਾਰੇ ਬੇਸ਼ ਮੈਨੂੰ ਬੋ ਸਮਨਾ ਮੋਸਨੇ ਮੈਨੇ ਕਮਨਾ ਮਸਨਾ ਮਨੇ ਕਿ ਮੈਨੇ ਕਮਲਾ ਮਸਮਾ। ਸਰੀਰ ਦੀ ਖਾਰਿਸ਼, ਐਲਰਜੀ, ਬਲੱਡ ਪ੍ਰੈਸ਼ਰ ਦੇ ਰੋਗੀ ਚੰਗੇ ਹੋ ਜਾਓ।
Ramani sanamo sene meni mishima namo sene manama sarabala kamala bosiri bestia rama। ਅੱਧੇ ਸਿਰ ਦੀਆਂ ਦਰਦਾਂ ਵਾਲੇ ਚੰਗੇ ਹੋ ਜਾਓ ਪ੍ਰਭੂ ਦੇ ਨਾਮ ਵਿੱਚ। ਫ੍ਰੀ ਰੱਬਾ ਬਾਬਾ ਬਾਸਾ ਬਨਾ ਸੂਰੇ ਬੇਸੀਨਾ ਮਸਨਮਾ ਸੁਨੂ ਨਾ ਹਸਨਾ ਮਨਾ ਕੇ ਮੈਨੇ ਕਮਲਾ ਮਸੂਨੇ ਮੈਨੇ ਕਮਲਾ ਮਸਨੇ ਮੈਨੇ ਕਾ ਨਬਾਨਾ ਮਸੂਨੇ ਮੈਨੇ ਕਲਾ ਬਜ਼ਰਾ ਬਰਾ 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 ਕਲਾ ਬਸਰੇ ਬੇਰੇ ਕੇ ਬੇਲੇ ਕਮਲਾ ਬਸਾ ਬਲਾ ਕਮਲਾ ਬਸਰੇ ਬੇ। ਸ਼ਰਾਬ ਦੀਆਂ ਦੁਸ਼ਟ ਆਤਮਾਵਾਂ ਤੁਹਾਡੇ ਘਰਾਂ ਨੂੰ ਛੱਡ ਕੇ ਚਲੀਆਂ ਜਾਣ। ਨਵੇਂ ਵਿਆਹੇ ਜੋੜੇ ਪ੍ਰਭੂ ਦੇ ਸਾਮਰਥੀ ਨਾਂ ਚ ਬੇਬੀ ਦੇ ਨਾਲ ਬਲੈਸ ਹੋ ਜਾਓ, ਬੱਚਿਆਂ ਦੇ ਨਾਲ ਬਲੈਸ ਹੋ ਜਾਓ। ਗਰਮ ਸੁਭਾਅ ਤੁਹਾਡੇ ਬਦਲ ਜਾਣੇ ਯਿਸੂ ਮਸੀਹ ਦੇ ਨਾਮ ਦੇ ਵਿੱਚ। ਮੂੰਹ ਚੋਂ ਗੰਦੀਆਂ ਗਾਲਾਂ ਕੱਢਣ ਵਾਲੇ ਦੁਸ਼ਟ ਆਤਮੇ ਤੁਹਾਡੀ ਬੋਡੀ ਨੂੰ ਛੱਡ ਕੇ ਚਲੇ ਜਾਣ। ਲੜਾਈ ਕਰਾਉਣ ਵਾਲੇ ਸ਼ੈਤਾਨੀ ਰੂਹਾਂ ਤੁਹਾਡੇ ਘਰਾਂ ਨੂੰ ਛੱਡ ਕੇ ਚਲੀਆਂ ਜਾਣ। ਬੱਚਿਆਂ ਤੋਂ ਖਿਜ ਖਿਜਾਈ ਕਰਨ ਵਾਲੀਆਂ ਸ਼ੈਤਾਨੀ ਆਤਮਾ ਮੈਂ ਕਿਹਾ ਤੁਹਾਡੇ ਘਰਾਂ ਨੂੰ ਯਿਸੂ ਦੇ ਨਾਮ 'ਚ ਛੱਡ ਕੇ ਚਲੀਆਂ ਜਾਣ। ਸੁਸਤੀ ਪਾਉਣ ਵਾਲੀਆਂ ਦੁਸ਼ਟ ਆਤਮਾ ਜਿਹੜੀਆਂ ਤੁਹਾਨੂੰ ਪ੍ਰੇਰ ਦੇ ਵਿੱਚ ਸੁਸਤੀ ਪਾਉਂਦੀਆਂ, ਯਿਸੂ ਦੇ ਸਾਮਰਥੀ ਨਾਂ 'ਚ ਮੈਂ ਹੁਕਮ ਦੇਣਾ ਜਾਣ ਵਾਸਤੇ ਪ੍ਰਭੂ ਦਾ ਦਾਸ ਹੋਣ ਦੇ ਨਾਤੇ ਜੀ। ਜੋੜਾਂ ਦੀਆਂ ਦਰਦਾਂ ਤੋਂ ਚੰਗੇ ਹੋ ਜਾਓ। ਲਹੂ ਦੇ ਛੱਟੇ ਤੇ ਰੋਡ ਤੁਹਾਡੇ ਘਰਾਂ ਨੂੰ ਛੱਡ ਕੇ ਚਲੇ ਜਾਣ। ਜਾਦੂ ਟੋਣੇ ਦੇ ਨਾਲ ਭੇਜੀਆਂ ਚੀਜ਼ਾਂ ਇਸੇ ਵਕਤ ਵਾਪਸ ਜਾਣ। ਪਿਤਾ ਪੁੱਤਰ ਪਵਿੱਤਰ ਆਤਮਾ ਤੁਹਾਡੇ ਐਂਜਲਸ ਹੋਣ, ਤੁਹਾਡੇ ਐਂਜਲਸ ਹੋਣ, ਤੁਹਾਡੇ ਐਂਜਲਸ ਹੋਣ। ਜੋ ਤੁਹਾਡੇ ਰੁਕੇ ਕੰਮ ਨੇ ਯਿਸੂ ਮਸੀਹ ਦੇ ਨਾਮ 'ਚ ਬਣਨੇ ਸ਼ੁਰੂ ਹੋ ਜਾਣ। ਕੋਰੋਨਾ ਵਾਇਰਸ ਦਾ ਕਰਕੇ ਪ੍ਰਭੂ ਜੋ ਲੋਕਡਾਊਨ ਜੋ ਬੰਦ ਹੋਇਆ ਸਾਰਾ ਸਭ ਖੋਲੇ ਯਿਸੂ ਮਸੀਹ ਦੇ ਨਾਮ 'ਚ। Sima raba na mosere beshima na basta mana gole meni kamalaba nabuna malaka samala boshe benegele bene kamala masama lagu rabula basabala boshe benegele besamala boshe benegele bene ki balakama। ਘਰਾਂ ਦਾ ਬੋਝ ਬੇਹੱਦ ਹੈ ਮੇਰੇ ਪਰਮੇਸ਼ਵਰ, ਤੁਸੀਂ ਮੈਨੂੰ ਦੱਸ ਰਹੇ ਜੀ। ਬਿਮਾਰੀ ਦਾ ਡਰ, ਗਲਤ ਕੰਮ ਬੇਹੱਦ ਹੋ ਰਹੇ ਨੇ। ਪ੍ਰਭੂ ਦੇ ਨਾਂ 'ਚ ਹਰ ਇੱਕ ਬੰਧਨ ਟੁੱਟ ਜੇ, ਹਰ ਇੱਕ ਬੰਧਨ ਟੁੱਟ ਜੇ, ਹਰ ਇੱਕ ਬੰਧਨ ਟੁੱਟੇ। ਰੀਬੂ ਨਾ ਮਾਸਾ ਨਾ ਮਾ ਨਾ ਖੰਦਾ ਨਾ ਮਸੂਕੇ ਨੇ ਬੇ ਨਾ ਖੰਦਾ ਨਾ ਮਸੂਕੋ ਲੋਕੋ। ਸੁੱਕੀਆਂ ਹੱਡੀਆਂ ਤੇ ਮਾਸ ਆਵੇ ਪ੍ਰਭੂ ਤੁਹਾਡੇ ਵਚਨ ਦਾ। ਆਤਮਾ ਦੀ ਗਵਾਹੀ ਬੜੇ ਪਰਮੇਸ਼ਵਰ, ਆਤਮਾ ਹਾਂ ਦੀ ਓਟ ਪ੍ਰਭੂ। ਜਿਹੜੇ ਲੋਕ ਪੜਦੇ ਪ੍ਰਭੂ ਤੁਹਾਡਾ ਆਤਮਾ ਨੂੰ ਨਿਸ਼ੂਰਿਆ ਪ੍ਰਭੂ, ਉਹਨਾਂ ਨੂੰ ਉੱਤਰ ਮਿਲ ਰਹੇ ਨੇ। ਜਿਨ੍ਹਾਂ ਦੇ ਉੱਤਰ ਅਧਿਕਾਰੀ ਪ੍ਰਭੂ ਉਹਨਾਂ ਦੀ ਗੱਲ ਨਹੀਂ ਮੰਨਦੇ ਪ੍ਰਭੂ ਦੇ ਨਾਮ 'ਚ ਮਾਤਮਾ ਵਿੱਚ ਛੂਨਾ ਪ੍ਰਭੂ। ਜਿਹੜੇ ਬੱਚੇ ਆਪਣੇ ਮਾਤਾ ਪਿਤਾ ਦੀ ਗੱਲ ਨੂੰ ਨਹੀਂ ਮੰਨਦੇ, ਮੰਨਣ ਪ੍ਰਭੂ ਦੇ ਨਾਮ। ਮੇਰਾ ਮਨ ਪਰਮੇਸ਼ਵਰ ਉਹਨਾਂ ਲੋਕਾਂ ਦੇ ਨਾਲ ਜੁੜਿਆ ਜਿਹੜੇ ਪ੍ਰਭੂ ਤੁਹਾਡੇ ਦਾਸ ਨਾਲ ਬੇਹੱਦ ਪਿਆਰ ਕਰਦੇ ਸੀ, ਪਰ ਅੱਜ ਉਹ ਲੋਕ ਆਪਣੇ ਆਪ ਨੂੰ ਬਹੁਤ ਹੀ ਅਲੱਗ ਸਮਝ ਰਹੇ ਨੇ। ਸ਼ਿਮੈਨੀ ਹੋਰ ਗਾਨੀ ਸਕੋਰ ਗੋਲੀ ਨਾ ਮਾ ਲੀਨੂ ਨਾ ਹਸਨ ਨਾ ਮੋਸੇ ਬੇ ਨਾ ਕੰਦ ਨਾ ਮਸੂਰੇ ਬੇ ਨੀ ਕੰਦ ਨਾ ਮਾ ਰਿਫੂ ਲਾ ਰਬ ਸ਼ਿਫਾ ਸ਼ਿਫਾ। ਪ੍ਰਭੂ ਦੇ